ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ 2967 ਆ ਜਿਹੜਾ ਪਰੰਪਰਾਗਤ ਬੀਜ ਆ, ਉਹਨੂੰ ਹੀ ਅਸੀਂ ਇਹਨੂੰ ਪਿਛਲੇ 5-6 ਸਾਲ ਤੋਂ ਬਾਰ-ਬਾਰ ਬੀਜ ਰਹੇ ਹਾਂ ਅਤੇ ਉਹ ਬੀਜ ਬਿਲਕੁਲ ਓਕੇ ਹੈ। ਅਤੇ ਇਸੇ ਤਰੀਕੇ ਨਾਲ ਹੀ ਆ ਜਾਂਦਾ ਅੱਗੇ ਬੰਸੀ, ਜਿਹੜੇ ਪੁਰਾਣੇ ਬੀਜਾਂ ਦੇ ਵਿੱਚੋਂ ਲਿਆ ਹੋਇਆ ਔਰ ਛੇੜਛਾੜ ਤੋਂ ਬਚਿਆ ਹੋਇਆ ਵੀ, ਮਤਲਬ ਜਿਹਦੇ ਵਿੱਚ ਕੋਈ ਵੀ ਜੈਨੇਟਿਕ ਇਫੈਕਟ ਨਹੀਂ ਪਾਇਆ ਗਿਆ, ਪਰੰਪਰਾਗਤ ਪੁਰਾਣੇ ਬੀਜਾਂ ਦੇ ਵਿੱਚੋਂ ਉਹ ਲਿਆ ਕੇ ਬੀਜਿਆ। ਉਹਦੇ ਵਿੱਚ ਇਹ ਖੂਬੀਆਂ ਆ ਕਿ ਜਿੱਦਾਂ ਅਸੀਂ ਪਾਕਿਸਤਾਨੀ ਬਾਸਮਤੀ ਗਿਣ ਲੈਂਦੇ ਹਾਂ, ਇਸੇ ਤਰੀਕੇ ਨਾਲ ਇਹਨਾਂ ਪੁਰਾਣੇ ਬੀਜਾਂ ਦੇ ਵਿੱਚ ਜਿਹੜੇ ਗੁਣ ਆ ਉਹ ਬਹੁਤ ਜ਼ਿਆਦਾ ਹੈ। ਜਿੱਦਾਂ ਛੋਟੇ ਤੱਤ ਪੋਟਾਸ਼ੀਅਮ, ਮੈਗਨੀਸ਼ੀਅਮ, ਉਹ ਤੱਤ ਇਹਨਾਂ 'ਚੋਂ ਮਿਲ ਜਾਂਦੇ ਆ। ਫਿਰ ਇਹ ਸਰੀਰ ਦੇ ਵਿੱਚ ਜਿੰਨੇ ਤੱਤਾਂ ਦੀ ਲੋੜ ਹੁੰਦੀ ਆ ਉਹ ਸਾਡੀ ਖੁਰਾਕ ਦੇ ਵਿੱਚੋਂ ਹੀ ਪੂਰੇ ਹੋ ਜਾਂਦੇ ਆ। ਸਾਨੂੰ ਮੈਡੀਕਲ ਦੀ ਜ਼ਿਆਦਾ ਲੋੜ ਨਹੀਂ ਪੈਂਦੀ, ਸਹਾਇਤਾ ਲੈਣ ਦੀ। किसान दोस्तों सत श्री अकाल। अज असी पिंड हरनामपुर वडेल सुल्तानपुर लोधी तो 4 किलोमीटर दूर दी दूरी ते स्थित है और जिले कपूरथला दा ये जिहड़ा पिंड, इस दे विच किसान अज असी किसान दे खेतां दे विच हाँ अमरीक सिंह चंदी। और जे मैं अमरीक सिंह चंदी दी गल करां ते इन्हां दे बारे कुछ कहण दी लोड़ नहीं आ, क्योंकि ਜਿਹੜੇ ਇਹ ਸਮੇਂ ਦੇ ਵਿੱਚੋਂ ਇਹਨਾਂ ਨੇ ਕੁਦਰਤੀ ਖੇਤੀ ਸ਼ੁਰੂ ਕੀਤੀ ਸੀਗੀ ਔਰ ਇਹ ਹੁਣ ਤੱਕ ਵੀ ਜਿਹੜੇ ਹਾਲਾਤਾਂ ਦੇ ਵਿੱਚ ਖੇਤੀ ਕਰਦੇ ਆ ਰਹੇ ਆ ਔਰ ਇਹਨਾਂ ਨੇ ਸਫਲਤਾ ਪ੍ਰਾਪਤ ਕੀਤੀ ਹੈ। ਔਰ ਦਿਲੋਂ ਸੈਲੂਟ ਹੈ ਇਹਨਾਂ ਦੀ ਮਿਹਨਤ ਨੂੰ ਔਰ ਇਹਨਾਂ ਦੇ ਪਰਿਵਾਰ ਨੂੰ ਜਿਨ੍ਹਾਂ ਨੇ ਇਹ ਖੇਤੀ ਦੇ ਵਿੱਚ ਇਹਨਾਂ ਦਾ ਸਹਿਯੋਗ ਕੀਤਾ। ਅਮਰੀਕ ਸਿੰਘ ਚੰਦੀ ਇੱਕ ਅਗਾਂਹਵਧੂ ਕਿਸਾਨ ਆ ਜੋ ਕਿ ਪਿਛਲੇ 7-8 ਸਾਲ ਤੋਂ ਕੁਦਰਤੀ ਖੇਤੀ ਕਰਦੇ ਆ ਰਹੇ ਆ। ਇਹਨਾਂ ਦੇ ਕੋਲ ਜੇ ਮਾਲਕੀ ਜ਼ਮੀਨ ਦੀ ਗੱਲ ਕਰੀਏ 10 ਤੋਂ 12 ਕਿੱਲੇ ਇਹਨਾਂ ਦੀ ਮਾਲਕੀ ਜ਼ਮੀਨ ਆ ਔਰ ਉਹਦੇ ਵਿੱਚ ਰਵਾਇਤੀ ਫਸਲਾਂ ਕਣਕ ਝੋਨੇ ਦੇ ਨਾਲ ਨਾਲ ਬਾਸਮਤੀ ਔਰ ਸਬਜ਼ੀਆਂ ਦੇ ਵਿੱਚ ਆਲੂ ਤੇ ਗੋਭੀ ਦੀ ਖੇਤੀ ਕਰਦੇ ਆ। ਛੋਲੇ ਜਿਹੜੇ ਆ ਕਾਲੇ ਛੋਲੇ, ਉਹਨਾਂ ਦੀ ਵੀ ਇਹਨਾਂ ਦੇ ਵੱਲੋਂ ਖੇਤੀ ਕੀਤੀ ਜਾਂਦੀ ਆ। ਕਿਸਾਨ ਦੋਸਤੋ, ਕਿਸੇ ਸ਼ਾਇਰ ਦੀਆਂ 2 ਲਾਈਨਾਂ ਮੈਨੂੰ ਚੇਤੇ ਆਉਂਦੀਆਂ ਕਿ ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਹੀ ਪੈਂਦੇ ਪਾੜ ਕੇ ਸੀਨਾ ਪੱਥਰਾਂ ਦਾ। ਉਹ ਜਿਹੜੀਆਂ ਸ਼ਾਇਰ ਦੀਆਂ ਲਾਈਨਾਂ ਵਾ ਸਰਦਾਰ ਅਮਰੀਕ ਸਿੰਘ ਤੇ ਬਹੁਤ ਢੁਕਦੀਆਂ ਵਾ। ਅੱਜ ਅਸੀਂ ਇਹਨਾਂ ਦੇ ਫਾਰਮ ਦੇ ਉੱਤੇ ਬੈਠੇ ਹਾਂ। ਅਮਰੀਕ ਸਿੰਘ ਜੀ, ਤੁਹਾਡਾ ਇਸ ਪ੍ਰੋਗਰਾਮ 'ਚ ਸਵਾਗਤ ਆ। ਧੰਨਵਾਦ ਵੀਰ ਜੀ, ਤੁਹਾਡਾ ਇੱਥੇ ਆਉਣ 'ਤੇ ਸਾਰਿਆਂ ਦਾ ਸਵਾਗਤ। ਕੁਦਰਤੀ ਖੇਤੀ ਤੁਸੀਂ ਕਰ ਰਹੇ ਹੋ ਕੁਦਰਤੀ ਖੇਤੀ ਤੁਸੀਂ ਕਰ ਰਹੇ ਹੋ ਪਿਛਲੇ 7-8 ਸਾਲ ਤੋਂ, ਉਹਦੇ ਬਾਰੇ ਕਿਸਾਨਾਂ ਨੂੰ, ਜਿਹੜੇ ਤੁਹਾਡਾ ਸ਼ੁਰੂ ਤੋਂ ਜਿਹੜਾ ਸੀ ਅੱਜ ਤੋਂ 7-8 ਸਾਲ ਪਹਿਲਾਂ ਦਾ ਤੁਹਾਡਾ ਸਫ਼ਰ ਆ, ਅੱਜ ਤੁਸੀਂ ਕਿਸ ਮੁਕਾਮ 'ਤੇ ਹੋ, ਇਹਦੇ ਬਾਰੇ ਜਿਹੜਾ ਕਿਸਾਨਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੋ। ਬਿਲਕੁਲ ਜੀ, ਹਾਜ਼ਰ ਹਾਂ ਤੁਹਾਡੇ ਲਈ। ਇੱਥੇ ਅਸੀਂ ਸ਼ੁਰੂ ਤੋਂ ਰਹਿ ਰਹੇ ਜੀ, ਇਹ ਸਾਡਾ ਜੱਦੀ ਪਿੰਡ ਆ ਅਤੇ ਬਚਪਨ ਵੀ ਇੱਥੇ ਹੰਢਾਇਆ, ਜਵਾਨੀ ਵੀ, ਅਤੇ ਹੁਣ ਅਸੀਂ ਅਧਖੇੜ ਉਮਰ 'ਚ ਹਾਂ। ਅਤੇ ਇਹ ਖੇਤੀ ਕਰਦਿਆਂ ਨੂੰ ਵੀ ਅਸੀਂ ਪਹਿਲਾਂ ਤਾਂ ਵੀਰੇ ਜ਼ਿਆਦਾ ਕੰਮ ਜਿਹੜਾ ਕਣਕ ਝੋਨੇ ਦਾ ਹੀ ਸੀ। ਉਸ ਤੋਂ ਬਾਅਦ ਆਲੂ ਦੀ ਫਸਲ ਇੱਥੇ ਲੈ ਕੇ ਸਭ ਤੋਂ ਪਹਿਲਾਂ ਇਹ ਪਿੰਡ ਦੇ ਵਿੱਚ ਆਲੂ ਦੀ ਖੇਤੀ ਜਿਹੜੀ ਆ ਮੇਰੇ ਵੱਲੋਂ ਸ਼ੁਰੂ ਕੀਤੀ ਗਈ ਸੀ। ਬਹੁਤ ਛੋਟੇ ਪਲਾਟ 'ਚ, ਜਿੱਦਾਂ ਕਹਿ ਲਓ ਕਿਸੇ ਨੇ ਕਿੱਲਾ ਕਨਾਲ ਜਾਂ 2 ਕਿੱਲੇ ਵੱਧ ਤੋਂ ਵੱਧ ਅਸੀਂ ਲਾਉਂਦੇ ਹੁੰਦੇ ਸੀ। ਲਾਉਂਦੇ ਇਸ ਕਰਕੇ ਸੀਗੇ ਕਿ ਉਸ ਵੇਲੇ ਜੌਂਦਰ ਦੀ ਜਿਹੜੀ ਆ ਦਵਾਈ ਨਹੀਂ ਸੀ ਹੁੰਦੀ ਅਤੇ ਜੌਂਦਰ ਸਾਡੇ ਖੇਤਾਂ 'ਚ ਜ਼ਿਆਦਾ ਹੋ ਜਾਂਦੇ ਸੀ ਅਤੇ ਉਹਦਾ ਕਰਕੇ ਸਾਨੂੰ ਆਲੂ ਵੱਲ ਜਾਣਾ ਪਿਆ। ਔਰ ਉਸ ਤੋਂ ਬਾਅਦ ਉਹਦੇ 'ਚ ਕਮਾਈ ਦੇਖੀ ਅਤੇ ਘੱਟ ਤੋਂ ਘੱਟ 35 ਸਾਲ ਜਾਂ 40 ਸਾਲ ਦੇ ਲਗਭਗ ਆਲੂ ਲਾਏ, ਆਪਣੇ ਖੇਤਾਂ 'ਚ ਵੀ ਲਾਏ, ਠੇਕੇ 'ਤੇ ਪੈਲੀ ਲੈ ਕੇ ਵੀ 25-30 ਕਿੱਲਿਆਂ ਤੱਕ ਇਹ ਕੰਮ ਕੀਤਾ ਸੀ। ਉਹ ਸਭ ਕੁਛ ਕਰਨ ਦੇ ਬਾਵਜੂਦ ਵੀ ਅਸੀਂ ਆਪਣੇ ਆਪ ਨੂੰ ਵਧੀਆ ਗਿਣਦੇ ਸੀ ਵੀ ਸਾਡੇ ਕੋਲ ਵਧੀਆ ਆਮਦਨ ਦਾ ਜ਼ਰੀਆ ਹੈਗਾ। ਉਸ ਵੇਲੇ ਆਮਦਨ ਜ਼ਿਆਦਾ ਸੀ, ਖਰਚੇ ਘੱਟ ਸੀ, ਪਰ ਹੌਲੀ ਹੌਲੀ ਖਰਚੇ ਵਧੀ ਗਏ ਅਤੇ ਆਮਦਨ ਜਿਹੜੀ ਸੀ ਆਲੂ ਦੀ ਜਾਂ ਹੋਰ ਫਸਲਾਂ ਦੀ ਸਾਰਿਆਂ ਦੀ ਘਟਦੀ ਗਈ। ਜਿਸ ਤਰੀਕੇ ਨਾਲ ਜੇ ਮੈਂ ਗੱਲ ਕਰ ਲਵਾਂ ਤਾਂ ਅੱਜ ਤੋਂ 25 ਸਾਲ ਜਾਂ 20 ਸਾਲ ਪਹਿਲਾਂ ਵੀ ਆਲੂ ਕਈ ਵਾਰੀ 8 ਰੁਪਏ ਕਿੱਲੋ ਜਾਂ 9 ਰੁਪਏ ਕਿੱਲੋ ਵਿਕ ਜਾਂਦੇ ਸੀ ਅਤੇ ਅੱਜ ਵੀ ਉੱਥੇ ਖੜ੍ਹੇ ਆ, ਕਦੇ 3 ਰੁਪਏ ਅਤੇ ਕਦੇ 8 ਰੁਪਏ ਜਾਂ 10 ਰੁਪਏ, ਅੱਜ ਵੀ ਆਲੂ ਉੱਥੇ ਵਿਕਦਾ। ਪਰ ਜੇ ਇਹਦੇ ਖਰਚੇ ਗਿਣ ਲਈਏ ਤਾਂ ਜਿੱਥੇ 25 ਰੁਪਏ ਨਾਲ ਸਰਦਾ ਸੀ, ਅੱਜ 100 ਨਾਲ ਵੀ ਨਹੀਂ ਸਰਦਾ। ਮਤਲਬ ਕਿ ਇਹਦੇ ਖਰਚੇ ਜਿਹੜੇ ਆ 5-10 ਗੁਣਾ ਵੱਧ ਗਏ। ਉਹ ਖੇਤੀਆਂ ਮਹਿੰਗੀਆਂ ਹੋਣ ਦੇ ਨਾਲ ਨਾਲ ਸਾਡੇ ਕਰਜ਼ੇ ਵੱਧ ਗਏ
ਤੇ ਔਸਤਨ ਕੀ ਹੋਇਆ ਕਿ ਅਸੀਂ ਜਿੱਦਾਂ ਖੇਤੀ ਕਰਦੇ ਹਾਂ, ਪਰੰਪਰਾਗਤ ਖੇਤੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਵੱਧ ਖਾਦਾਂ ਪਾ ਕੇ ਵੱਧ ਝਾੜ ਲੈਣਾ ਜਾਂ ਵੱਧ ਦਵਾਈਆਂ ਜ਼ਹਿਰਾਂ ਦਾ ਇਸਤੇਮਾਲ ਕਰਨਾ, ਉਹ ਸਾਰਾ ਕੁਛ ਮੈਂ ਵੀ ਕਰਦਾ ਹੈ। ਹੌਲੀ ਹੌਲੀ ਹੋਇਆ ਕਿ ਜੀ ਵੀ ਜਦੋਂ ਸਮਾਂ ਆਇਆ ਤੇ ਸਾਡੇ ਘਰੇ ਜਿਸ ਤਰੀਕੇ ਨਾਲ ਪਹਿਲਾਂ ਹੀ ਕਰਜ਼ੇ ਸਿਰ ਹੋ ਜਾਂਦੇ ਬੰਦਿਆਂ ਦੇ, ਆਮ ਹੀ ਹੁੰਦਾ ਆ ਕਿ ਕੰਮ ਵਧਾ ਲੈਣੇ ਜਾਂ ਖਰਚੇ ਵੱਧ ਕਰ ਲੈਣੇ ਅਤੇ ਆਮਦਨ ਘੱਟ ਜਾਣੀ। ਅਤੇ ਉਸ ਤੋਂ ਬਾਅਦ ਸਾਡੇ ਬਜ਼ੁਰਗਾਂ ਨੂੰ ਬਿਮਾਰੀ ਨੇ ਘੇਰ ਲਿਆ, ਅਤੇ ਜਦੋਂ ਬਿਮਾਰੀ ਨੇ ਘੇਰ ਲਿਆ ਖਰਚੇ ਉੱਧਰ ਵੀ ਜ਼ਿਆਦਾ ਹੋਣ ਲੱਗ ਪਏ। ਅਤੇ ਉਸ ਵੇਲੇ ਮੇਰਾ ਬੇਟਾ ਜਿਹੜਾ ਬੀਟੈਕ ਕਰਕੇ ਨਿਊਜ਼ੀਲੈਂਡ ਗਿਆ ਸੀਗਾ, ਉਹ ਉੱਥੇ ਬੈਠੇ ਦੇਖਦੇ ਪਏ ਸੀ ਕਿ ਇੱਥੇ ਯੂਰੀਆ ਜਾਂ ਖਾਦਾਂ ਦੀ ਵਰਤੋਂ ਨਹੀਂ ਹੁੰਦੀ ਜਾਂ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ, ਸਾਡੇ ਪੰਜਾਬ ਵਿੱਚ ਬਹੁਤ ਹੁੰਦੀ ਆ। ਹਾਲਾਂਕਿ ਬੱਚੇ ਨੂੰ ਇੰਨਾ ਨਹੀਂ ਹੁੰਦਾ, ਪਰ ਜਦੋਂ ਬਿਮਾਰੀ ਦਾ ਪਤਾ ਲੱਗਾ ਤਾਂ ਉਹਨਾਂ ਵਿਸ਼ੇਸ਼ ਹੀ ਇਹਦੇ ਬਾਰੇ ਧਿਆਨ ਦੇਣਾ ਸ਼ੁਰੂ ਕੀਤਾ ਵੀ ਇਹ ਲੋਕ ਇੰਨਾ ਤੰਦਰੁਸਤ ਕਿਉਂ, ਤਾਂ ਅਸੀਂ ਇਹਨਾਂ ਬਿਮਾਰ ਕਿਉਂ, ਜਾਂ ਇੰਨੀਆਂ ਵੱਡੀਆਂ ਬਿਮਾਰੀਆਂ ਨਾਲ ਅਸੀਂ ਕਿਉਂ ਲੜਦੇ ਹਾਂ। ਅਤੇ ਉਹਨਾਂ ਨੇ ਮੈਨੂੰ ਉੱਥੇ ਬੈਠਿਆਂ ਕਿਹਾ ਜੀ ਵੀ ਜੇ ਤੁਸੀਂ ਬਿਮਾਰੀ ਤੋਂ ਬਚਣਾ ਚਾਹੁੰਦੇ ਆ ਜਾਂ ਇਹਨਾਂ ਨਜਾਇਜ਼ ਖਰਚਿਆਂ ਤੋਂ ਬਚਣਾ ਚਾਹੁੰਦੇ ਆ ਤਾਂ ਆਪਾਂ ਕੁਦਰਤੀ ਖੇਤੀ ਵੱਲ ਨੂੰ ਆਈਏ, ਆਪਾਂ ਬਿਨਾਂ ਖਾਦ ਦਵਾਈ ਤੋਂ ਖੇਤੀ ਕਰਨੀ ਹੈ। ਹਾਲਾਂਕਿ ਉਦੋਂ ਕੋਈ ਮਨ 'ਚ ਇਹੋ ਜਿਹਾ ਖਿਆਲ ਨਹੀਂ ਸੀਗਾ, ਪਰ ਉਹ ਚਾਣਚੱਕ ਹੀ ਥੋੜ੍ਹੇ ਚਿਰ ਬਾਅਦ ਉਹਨਾਂ ਨੂੰ ਇੱਧਰ ਆਉਣਾ ਪਿਆ ਬਜ਼ੁਰਗਾਂ ਦੀ ਢਿੱਲਤਾ ਕਰਕੇ, ਅਤੇ ਉਹਨਾਂ ਨੇ ਆਉਂਦਿਆਂ ਨੇ ਬੇਟੇ ਨੇ ਇਹ ਖੇਤੀ ਸ਼ੁਰੂ ਕਰ ਦਿੱਤੀ। ਅਤੇ ਸਭ ਤੋਂ ਪਹਿਲਾਂ ਅਸੀਂ ਬਰੋਕਲੀ ਲਾਈ ਇੱਥੇ 3-4 ਖੇਤ, ਔਰ ਬਰੋਕਲੀ ਜਦੋਂ ਲਾਈ ਅਤੇ ਸਾਡੇ ਪਿੰਡ ਦੇ ਵਿੱਚ ਉਦੋਂ ਸ਼ਾਇਦ ਸੁਲਤਾਨਪੁਰ ਵੀ ਬਾਹਲਾ ਬਰੋਕਲੀ ਦਾ ਕਰੇਜ਼ ਨਹੀਂ ਸੀ ਹੁੰਦਾ, ਇਹਨੂੰ ਮਹਿੰਗੀ ਸਬਜ਼ੀ ਕਹਿ ਕੇ ਛੱਡ ਦਿੱਤਾ ਜਾਂਦਾ ਸੀ। ਅਤੇ ਉਹ ਸਾਡੇ ਖੇਤਾਂ ਵਿੱਚ 4 ਖੇਤ ਦੇ ਲਾਗੇ ਬੰਨੇ ਸੀਗੀ, ਅਤੇ ਇਹ ਚਰਚੇ ਹੋਏ ਥੋੜ੍ਹਾ ਜਿਹਾ, ਅਤੇ ਸਾਡੇ MLA ਤੱਕ ਵੀ ਖਬਰ ਪਹੁੰਚੀ ਅਤੇ ਹੋਰ ਵੀ ਸੱਜਣ ਦੇਖਣ ਵੀ ਆਏ। ਅਤੇ ਸਾਡੇ ਪਿੰਡ ਵਾਲਿਆਂ ਲਈ ਸ਼ਾਇਦ ਇੱਦਾਂ ਦਾ ਹੋ ਗਿਆ ਸੀ ਵੀ ਇਹ ਲਾਇਆ ਕੀ ਤੁਸੀਂ ਸਰੋਂ ਲਾਤੀ, ਕੋਈ ਕਹਿੰਦਾ ਸੀ ਇਹ ਸਾਡੀ ਸਮਝ ਤੋਂ ਬਾਹਰ ਹੈ ਕੀ ਕਰਦੇ ਪਏ ਆ। ਅਤੇ ਅਸੀਂ ਉਹ ਬਰੋਕਲੀ ਲਾ ਕੇ ਅਤੇ ਉਹਨੂੰ ਬਿਨਾਂ ਖਾਦ ਦਵਾਈ ਤੋਂ ਤਿਆਰ ਕੀਤਾ ਸੀ। ਅਤੇ ਜਿਸ ਤਰੀਕੇ ਨਾਲ ਨਦੀਨਨਾਸ਼ਕ ਦੀ ਵਰਤੋਂ ਵੀ ਨਹੀਂ ਕਰਦੇ, ਗੋਡੀ ਹੱਥੀਂ ਕਰਨੀ, ਉਹ ਸਾਰਾ ਕੰਮ ਬੇਟਾ ਉੱਧਰ ਕਰਦੇ ਸੀ, ਉਹਨਾਂ ਨੂੰ ਮੁਸ਼ਕਿਲ ਨਹੀਂ ਸੀ। ਹਾਲਾਂਕਿ ਸਾਨੂੰ ਉਹਨਾਂ ਨਾਲ ਖੜੇ ਕਰ ਲਿਆ। ਚਲੋ ਉਹ ਤਾਂ ਸਾਡਾ ਟਾਈਮ ਪਾਸ ਹੋ ਗਿਆ ਵਧੀਆ, ਜਾਣੀ ਸਾਡੀ ਉਹ ਫਸਲ ਵਿਕ ਗਈ। ਪਰ ਉਸ ਵੇਲੇ ਜੇ ਪਿੰਡ ਦੇ ਹਾਲਾਤ ਇਹ ਸੀਗੇ ਵੀ ਜਿਸ ਬੰਦੇ ਨੂੰ ਵੀ ਉਹ ਚੀਜ਼ ਫੜਾ ਦਿੱਤੀ ਜਾਂਦੀ ਸੀ, ਉਹ ਕਹਿੰਦਾ ਯਾਰ ਇਹ ਕੀ ਆ, ਮਤਲਬ ਬੇਸਵਾਦੀ ਜੀ ਚੀਜ਼ ਤੁਸੀਂ ਸਬਜ਼ੀ ਲਾਈ ਸਾਨੂੰ ਦੇ ਗਏ, ਇਹ ਚੰਗੀ ਨਹੀਂ ਲੱਗੀ। ਮਤਲਬ ਹੌਲੀ ਹੌਲੀ ਥੋੜ੍ਹੇ ਬੰਦਿਆਂ ਨੂੰ ਪਤਾ ਲੱਗਿਆ ਵੀ ਚੀਜ਼ਾਂ ਕੀਮਤੀ ਆ, ਸਾਨੂੰ ਜ਼ਰੂਰਤ ਹੀ ਆ ਇਹਨਾਂ ਜੀ। ਕਿਉਂਕਿ ਸਾਨੂੰ ਵੀ ਇਹ ਜਿਹੜੇ ਬਾਹਰਲੇ ਬੰਦੇ ਜਾਂ ਸਮਝਦਾਰ ਲੋਕ ਜਾਂ ਤੁਹਾਡੇ ਵਰਗੇ ਡਾਕਟਰ ਲੋਕ ਆਉਂਦੇ ਸੀ, ਉਹ ਦੱਸਦੇ ਸੀ ਵੀ ਇਹ ਖਾਣ ਲਈ ਸਿਹਤ ਲਈ ਬਹੁਤ ਵਧੀਆ ਆ, ਇਹਦੇ ਬਹੁਤ ਫਾਇਦੇ ਆ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਰੱਖਦੀ ਆ, ਇੱਥੋਂ ਤੱਕ ਕਿ ਕੈਂਸਰ ਤੱਕ ਵੀ ਇਹਦੇ ਨਾਲ ਅਸੀਂ ਠੀਕ ਕਰ ਸਕਦੇ ਆ। ਉਦੋਂ ਸਮਝ ਆਉਂਦੀ ਸੀ ਵੀ ਅਸੀਂ ਇਹ ਚੰਗੇ ਬੰਨੇ ਤੁਰੇ ਹਾਂ। ਜੇ ਮੈਂ ਗੱਲ ਕਰਾਂ, ਤੁਸੀਂ ਕੁਦਰਤੀ ਖੇਤੀ ਦੀ ਸ਼ੁਰੂਆਤ ਆ ਜਿਹੜੀ ਉਹ ਬਰੋਕਲੀ ਤੋਂ ਸ਼ੁਰੂ ਕੀਤੀ। ਪਹਿਲਾਂ ਸਾਡਾ ਉਹ ਪਰਫੈਕਟ ਪਲਾਂਟ ਸੀਗਾ ਜਿਹੜਾ ਅਸੀਂ ਬਰੋਕਲੀ ਤੋਂ ਸ਼ੁਰੂ ਕੀਤਾ ਸੀਗਾ, ਅਤੇ ਉਸ ਤੋਂ ਬਾਅਦ ਫਿਰ ਸਾਡਾ ਕਣਕ ਅਤੇ ਬਾਸਮਤੀ ਉੱਧਰ ਨੂੰ ਹੋ ਗਿਆ ਵੀ ਕਣਕ ਦੇ। ਫਿਰ ਪਹਿਲਾਂ ਤਾਂ ਅਸੀਂ ਪਰੰਪਰਾਗਤ ਬੀਜ ਜਿਹੜਾ ਸਾਡਾ ਘਰ ਦਾ ਸੀ 29-67 ਉਹਨੂੰ ਹੀ ਵਰਤਿਆ। ਉਸ ਤੋਂ ਬਾਅਦ ਫਿਰ ਅਸੀਂ ਦੇਸੀ ਬੀਜ ਲਿਆਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੀ ਸ਼ਮੂਲੀਅਤ ਹੈਗੀ ਸੀ ਬਾਜ਼ਾਰ ਵਿੱਚ, ਜਿਸ ਤਰੀਕੇ ਨਾਲ ਬੰਸੀ, ਉਸ ਤੋਂ ਬਾਅਦ ਬਰਾਊਨ ਬੀਟ ਆਈ, ਉਸ ਤੋਂ ਬਾਅਦ ਹੁਣ ਐਕੀ ਸਾਡੇ ਕੋਲ ਸੋਨਾ ਮੋਤੀ ਆ, ਸੁਨਹਿਰੀ ਆ, ਮਤਲਬ 4-5 ਬੀਜ ਸਾਡੇ ਕੋਲ ਇਸ ਵੇਲੇ ਉਪਲਬਧ ਆ। ਕਹਿਣ ਦਾ ਮਤਲਬ ਜੇ ਗੱਲ ਕਰੀਏ, ਤੁਹਾਡੇ ਬੇਟੇ ਦੀ ਸਲਾਹ ਔਰ ਉਹਦੇ ਪਿਆਰ ਨੇ ਜਿਹੜਾ ਤੁਹਾਨੂੰ ਰਵਾਇਤੀ ਤਰੀਕੇ ਨਾਲ ਤੁਸੀਂ ਆਪਣੀ ਖੇਤੀ ਕਰਦੇ ਸੀਗੇ, ਜਿਹਦੇ ਵਿੱਚ ਆਪਾਂ ਖਾਦਾਂ ਦੀ, ਜ਼ਹਿਰਾਂ ਦੀ, ਨਦੀਨਨਾਸ਼ਕਾਂ ਦੀ ਵਰਤੋਂ ਕਰਦੇ ਹਾਂ, ਉਹ ਤੁਹਾਡੇ ਬੇਟੇ ਦੇ ਪਿਆਰ ਨੇ, ਉਹਦੀ ਸਲਾਹ ਨੇ ਤੁਹਾਨੂੰ ਕੁਦਰਤੀ ਖੇਤੀ ਵੱਲ ਮੋੜਿਆ। ਸ਼ਾਇਦ ਇਤਨਾ ਜੀ ਪਹਿਲੇ 2 ਸਾਲ ਸਾਡਾ ਜਿਹੜਾ ਪ੍ਰੋਫਿਟ ਸੀਗਾ ਉਹ ਬਹੁਤ ਘਾਟੇ 'ਚ, ਲੋਸ ਚਲੇ ਗਏ ਸੀ, ਅਤੇ ਸਾਨੂੰ ਆਪਸ ਵਿੱਚ ਕਈ ਵਾਰੀ ਝਗੜਨਾ ਪੈਂਦਾ ਸੀ ਆਪਸ ਵਿੱਚ ਬੇਟੇ ਨੂੰ ਅਤੇ ਮੈਨੂੰ, ਵੀ ਆਪਾਂ ਇਹ ਕਿਹੜੇ ਰਾਸਤੇ ਤੁਰ ਪਏ, ਸਾਡੀ ਫਸਲ ਦੇਖਣ ਨੂੰ ਚੰਗੀ ਨਹੀਂ ਲੱਗਦੀ, ਲੋਕ ਮਖੌਲ ਕਰਦੇ ਆ, ਸ਼ਾਇਦ ਇੱਥੋਂ ਤੱਕ ਵੀ ਕਿ ਕਈ ਸਾਹਮਣੇ ਕਹਿ ਦਿੰਦੇ ਸਦਾਈ ਹੋ ਗਿਆ, ਇਹਨੂੰ ਖਾਦ ਪਾ, ਇਹ ਤਾਂ ਹੋਣੀ ਨਹੀਂ ਇੱਦਾਂ। ਮਤਲਬ ਉਹ ਚੀਜ਼ਾਂ ਮੈਨੂੰ ਕਾਊਂਟ ਕਰਨੀਆਂ ਪਈਆਂ 2-3 ਸਾਲ। ਕਿਉਂ? ਇੱਕ ਇਹ ਸੀਗਾ ਕਿ ਅਸੀਂ 2-3 ਸਾਲ ਦਾ ਬੇਟੇ ਨੂੰ ਪਤਾ ਕਿ 3 ਸਾਲ ਤੋਂ ਪਹਿਲਾਂ ਇਹ ਜਿਹੜੀ ਖੇਤੀ ਹੈ ਸਾਡੀ ਇਹ ਪਰਫੈਕਟ ਨਹੀਂ ਹੈਗੀ, ਅਤੇ ਅਸੀਂ ਉਹਨੂੰ ਆਮ ਬਾਜ਼ਾਰ ਵਿੱਚ ਹੀ ਵੇਚਦੇ ਸੀ, ਮਾਰਕੀਟ ਵਿੱਚ ਨਹੀਂ ਸੀ ਜਾਂਦੇ, ਦੱਸਦੇ ਨਹੀਂ ਸੀ ਵੀ ਸਾਡੀ ਫਸਲ ਜਿਹੜੀ ਕੁਦਰਤੀ ਹੈ।
ਤੇ ਸਾਨੂੰ ਉਹ 'ਚੋਂ ਪ੍ਰੋਫਿਟ ਨਹੀਂ ਸੀ ਹੁੰਦਾ। ਕੁਦਰਤੀ ਗੱਲ ਵੀ ਝਾੜ ਘੱਟ ਆ ਤੇ ਰੇਟ ਬਿਲਕੁਲ ਸਾਦਾ, ਤੇ ਪ੍ਰੋਫਿਟ ਦੀ ਕੋਈ ਗੁੰਜਾਇਸ਼ ਬਚਦੀ ਨਹੀਂ ਸੀ। ਮਤਲਬ ਪਾ ਲਾ ਕੇ 2-3 ਸਾਲਾਂ 'ਚ ਸਾਨੂੰ 10-12 ਲੱਖ ਦਾ ਘਾਟਾ ਸਹਿਣਾ ਪਿਆ, ਅਸੀਂ ਲੋਸ ਹੋਰ ਹੋਏ। ਉਸ ਤੋਂ ਬਾਅਦ ਜਦੋਂ ਇੱਕ ਸਾਡੇ ਕੋਲ ਸੱਜਣ ਘੁੰਮਣ ਆਉਂਦੇ ਸੀ ਦੂਰੋਂ ਦੂਰੋਂ, ਤਾਂ ਉਹਨਾਂ 'ਚੋਂ 1-2 ਸੱਜਣ ਇੱਦਾਂ ਦੇ ਆਏ ਵੀ ਉਹ ਕਹਿੰਦੇ ਭਾਈ ਇਹ ਤੁਸੀਂ ਕੁਦਰਤੀ ਖੇਤੀ ਕਰਦੇ ਹੋ, ਕਣਕ ਤੁਹਾਡੀ ਤਿਆਰ ਆ, ਦੱਸੋ ਇਹਦਾ ਕੀ ਰੇਟ ਲੈਣਾ। ਸਾਨੂੰ ਉਦਣ ਇਹਦੀ ਵੈਲਿਊ ਪਤਾ ਲੱਗੀ ਵੀ ਇਹ ਜਿਹੜੀ ਮਟੀਰੀਅਲ ਆ ਜੋ ਤੁਸੀਂ ਮੰਗ ਲਓ ਮਿਲ ਸਕਦਾ। ਮਤਲਬ ਪਹਿਲੇ ਦਿਨ ਉਦਣ ਇਹ ਸ਼ੋ ਹੋਇਆ। ਇਹ ਲਗਭਗ ਪਾ ਲਾ ਕੇ ਮੈਂ ਆਪਣੇ ਵੱਲੋਂ ਇਹ ਕਿਹਾ ਕਿ ਮੈਂ ਵੀ ਇਹਦਾ ਬਹੁਤ ਰੇਟ ਮੰਗ ਲਿਆ। ਮੈਂ 25 ਰੁਪਏ ਉਹਨਾਂ ਕੋਲ ਕਿਲੋ ਦੇ ਮੰਗੇ। ਉਹਨਾਂ ਉਸੇ ਵੇਲੇ ਜਸ ਕਰਤੀ, ਹਾਲਾਂਕਿ ਸਾਡੀ ਫਸਲ ਆਉਣ 'ਚ ਕੁਛ ਸਮਾਂ ਬਾਕੀ ਸੀ ਅਤੇ ਮੇਰੀ ਪੇਮੈਂਟ ਵੀ ਉਹ ਐਡਵਾਂਸ ਵਿੱਚ ਮੇਰੇ ਖਾਤੇ ਵਿੱਚ ਆਈ। ਤਾਂ ਮੈਂ ਜਿੰਨੀ ਕੁ ਮੇਰੇ ਕੋਲ ਹੋ ਸਕਿਆ ਮੈਂ ਉਹਨਾਂ ਨੂੰ ਉਹ ਆਪਣੀ ਕਣਕ ਦਿੱਤੀ। ਅਤੇ ਉਸ ਤੋਂ ਬਾਅਦ ਇੱਕ ਯਕੀਨ ਵੱਧ ਗਿਆ ਵੀ ਸਾਨੂੰ ਇੱਧਰ ਪੂਰੇ ਪੈਸੇ ਮਿਲਦੇ ਆ, ਤਾਂ ਅਸੀਂ ਹੁਣ ਇਹ ਹੀ ਕਰਾਂਗੇ। ਉਹਦੇ ਬਾਅਦ 'ਚ ਫਿਰ ਵਧੀਆ ਵਧੀਆ ਬੀਜ, ਵਧੀਆ ਵਧੀਆ ਕੁਆਲਿਟੀਆਂ ਚੋਣ ਕੀਤੀ। ਜਿਸ ਤਰੀਕੇ ਨਾਲ ਛੋਲੇ ਹੀ ਤੁਸੀਂ ਗੱਲ ਕਰਦੇ ਹੋ, ਛੋਲੇ ਇੱਕ ਤਾਂ ਹੁੰਦੇ ਆ ਕਿ ਜਿਹੜੇ ਝਾੜ ਜ਼ਿਆਦਾ ਦਿੰਦੇ ਆ। ਜਿਹੜੀ ਕੁਆਲਿਟੀ ਆਪਣੇ ਕੋਲ ਉਹ ਝਾੜ ਜ਼ਿਆਦਾ ਨਹੀਂ ਦਿੰਦੀ, ਉਹ ਕੁਆਲਿਟੀ ਦੇਸੀ ਆ। ਪਹਿਲਾਂ ਤਾਂ ਉਹ ਕੁਆਲਿਟੀ ਦੇ ਵਿੱਚ ਇੰਨਾ ਫਰਕ ਹੁੰਦਾ ਆ ਕਿ ਉਹ ਜਿਹੜੇ ਸਰੀਰ ਨੂੰ ਤਾਕਤ ਦਿੰਦੀ ਆ। ਬਹੁਤ ਵਧੀਆ ਕੁਆਲਿਟੀ 'ਚ ਜਿਹੜਾ ਸਾਡੀ ਜਿਹਨੂੰ ਅਸੀਂ ਤਾਕਤ ਕਹਿੰਦੇ ਸਰੀਰ ਦੀ, ਬਿਮਾਰੀਆਂ ਨਾਲ ਲੜਨ ਦੀ ਇਮਿਊਨਿਟੀ ਸਿਸਟਮ, ਉਹਨੂੰ ਉੱਚਾ ਚੱਕਣ 'ਚੋਂ ਬਹੁਤ ਮਦਦ ਕਰਦੀ ਹੈ ਦੇਸੀ ਕੁਆਲਿਟੀਆਂ ਜਿੰਨੀਆਂ ਵੀ। ਇਸੇ ਤਰੀਕੇ ਨਾਲ ਪਾਕਿਸਤਾਨੀ ਬਾਸਮਤੀ ਦੀ ਗੱਲ ਕਰ ਲਈਏ, ਅਤੇ ਉਹ ਜਿਹੜਾ ਬੰਦਾ ਵੀ ਖਾ ਜਾਂਦਾ ਚੌਲ, ਆਪਾਂ ਪਹਿਲਾਂ ਖਾਂਦੇ ਰਹੇ, ਹੁਣ ਤਾਂ ਸ਼ਾਇਦ ਬਾਜ਼ਾਰ 'ਚ ਮਿਲਦੇ ਨਹੀਂ, ਉਹ ਬੰਦਾ ਉਹ ਚੌਲ ਖਾਣ ਦਾ ਆਦੀ ਹੋ ਜਾਂਦਾ ਵੀ ਹੋਰ ਉਹਨੂੰ ਚੌਲ ਸਵਾਦ ਹੀ ਨਹੀਂ ਲੱਗਦੇ। ਅਤੇ ਉਹ ਤਾਕਤ ਤਾਂ ਇੱਕ ਪਾਸੇ, ਉਹ ਖੁਰਾਕ ਟੇਸਟੀ ਇੰਨੀ ਹੁੰਦੀ ਆ ਕਿ ਉਹਨੂੰ ਛੱਡਣ ਨੂੰ ਉਹਦਾ ਚਿੱਤ ਨਹੀਂ ਕਰਦਾ। 1.25 ਸਾਲ ਹੋ ਗਿਆ ਜੀ ਆਪਾਂ ਕਰੋਨਾ ਮਹਾਂਮਾਰੀ ਦੇ ਨਾਲ ਜੂਝਦੇ ਪਏ ਹਾਂ। ਸਾਡੇ ਇਮਿਊਨਿਟੀ ਸਿਸਟਮ ਵੀ, ਜੇ ਆਪਾਂ ਕਹੀਏ ਕਿ ਅਸੀਂ ਜਿਹੜੀਆਂ ਬਾਜ਼ਾਰੂ ਸਬਜ਼ੀਆਂ, ਚਾਹੇ ਜਿਹੜਾ ਅਸੀਂ ਆਮ ਰਵਾਇਤੀ ਤਰੀਕੇ ਦੇ ਨਾਲ ਉਗਾਉਂਦੇ ਹਾਂ ਉਹਨਾਂ ਨੂੰ, ਉਹ ਖਾ ਕੇ ਸਾਡਾ ਜਿਹੜਾ ਇਮਿਊਨਿਟੀ ਸਿਸਟਮ ਆ ਉਹ ਵੀ ਕੋਈ ਉਸ ਤਰੀਕੇ ਦਾ ਨਹੀਂ ਰਿਹਾ ਕਿ ਉਹ ਜਲਦੀ ਬਿਮਾਰੀਆਂ ਦੇ ਲਪੇਟੇ ਦੇ ਵਿੱਚ ਆ ਜਾਂਦਾ ਵਾ। ਤੁਸੀਂ ਜੋ ਕੁਛ ਵੀ ਕਰ ਰਹੇ ਹੋ ਕੁਦਰਤੀ ਖੇਤੀ ਦਾ, ਇਹ ਤਾਂ ਇੱਕ ਬੜਾ ਵੱਡਾ ਪਰਉਪਕਾਰ ਆ ਔਰ ਸਰਬੱਤ ਦਾ ਭਲਾ ਵਾ ਕਿ ਤੁਸੀਂ ਉਹਨੂੰ ਸਹਿਯੋਗ ਕਰ ਰਹੇ ਹੋ ਕਿ ਜਿਹੜਾ ਅਸੀਂ ਤੰਦਰੁਸਤ ਖਾਈਏ ਅਤੇ ਤੰਦਰੁਸਤ ਰਹੀਏ। ਇਹਦੇ ਬਾਰੇ ਤੁਸੀਂ ਜਿਹੜਾ, ਜੇ ਆਪਾਂ ਗੱਲ ਕਰੀਏ, ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਵਾ, ਤੁਸੀਂ ਇਸ ਚੀਜ਼ 'ਚੋਂ ਲੰਘੇ ਹੋ ਕਿ ਜਿਹੜਾ ਇਹਦਾ ਕੁਦਰਤੀ ਖੇਤੀ ਦੀ ਉਪਜ ਦਾ ਝਾੜ ਆ ਉਹ ਰਵਾਇਤੀ ਢੰਗ ਤਰੀਕਿਆਂ ਦੇ ਨਾਲੋਂ ਘੱਟ ਆਉਂਦਾ ਵਾ। ਫਿਰ ਉਹਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਤੁਸੀਂ? ਰਵਾਇਤੀ ਢੰਗ ਤਰੀਕਿਆਂ ਨਾਲ ਸਾਡੇ ਕੋਲ ਇੱਕ ਨਾ ਆਦਤ ਬਣ ਗਈ ਕਿ ਅਸੀਂ ਜਿਹੜੀ ਆ ਪਿਓਰਟੀ ਨੂੰ ਛੱਡ ਕੇ ਜ਼ਿਆਦਾ ਨੂੰ ਪੈ ਗਏ ਵੀ ਸਾਡਾ ਝਾੜ ਵਧਣਾ ਚਾਹੀਦਾ, ਕੁਆਲਿਟੀ ਪਿੱਛੇ ਰਹਿ ਗਈ। ਕੁਆਂਟਿਟੀ ਨੂੰ ਅਸੀਂ ਜ਼ਿਆਦਾ ਤਰਜੀਹ ਦੇ ਦਿੰਦੇ। ਉਹ ਕੁਆਂਟਿਟੀ ਦਾ ਮਤਲਬ ਇਹ ਸੀਗਾ ਕਿ ਸਾਨੂੰ ਸਰਕਾਰੀ ਰੇਟ ਮਿਲਦਾ ਅਤੇ ਉਹਦੇ 'ਚ ਕੁਆਂਟਿਟੀ ਬਾਕੀ ਰਹਿ ਜਾਂਦੀ, ਕੁਆਂਟਿਟੀ ਗਿਣੀ ਜਾਂਦੀ ਹੈ, ਕੁਆਲਿਟੀ ਉਹ 'ਚ ਗਿਣੀ ਨਹੀਂ ਜਾਂਦੀ। ਮਤਲਬ ਉਹ ਜਿਹੜਾ ਚੱਕਰ ਸੀਗਾ ਨਾ, ਉਹ ਸਾਨੂੰ ਮੁਨਾਫੇ ਵੱਲ ਨੂੰ ਜ਼ਿਆਦਾ ਲਿਜਾਂਦਾ ਆ। ਅਤੇ ਜਦੋਂ ਅਸੀਂ ਉਹ ਰਵਾਇਤੀ ਢੰਗ ਛੱਡ ਕੇ ਕੁਦਰਤੀ ਖੇਤੀ ਵੱਲ ਨੂੰ ਆਉਂਦੇ ਹਾਂ, ਤਾਂ ਸਾਡਾ ਜਿਹੜਾ ਉਹ ਕੁਆਂਟਿਟੀ ਆ ਉਹ ਟੁੱਟ ਜਾਂਦੀ ਆ, ਫਿਰ ਕੁਆਲਿਟੀ ਪੈਦਾ ਹੁੰਦੀ ਆ। ਜਦੋਂ ਕੁਆਲਿਟੀ ਪੈਦਾ ਹੁੰਦੀ ਆ ਤਾਂ ਫਿਰ ਇਹਨੂੰ ਅਸੀਂ ਉਸ ਰੇਟ 'ਤੇ ਨਹੀਂ ਵੇਚ ਸਕਦੇ, ਯਾਨੀ ਸਾਡਾ ਮੁਨਾਫਾ ਜਿਹੜਾ ਬਹੁਤ ਟੁੱਟਦਾ ਆ, ਅਤੇ ਫਿਰ ਇਹਦਾ ਰੇਟ ਉੱਚਾ ਰੱਖਣਾ ਪੈਂਦਾ। ਅਤੇ ਫਿਰ ਇਹਦੇ ਕਦਰਦਾਨ ਲੱਭਣੇ ਪੈਂਦੇ, ਜਾਂ ਜਿਹਨੂੰ ਪਤਾ ਆ ਉਹ ਆਪ ਚੱਲ ਕੇ ਆਉਂਦਾ ਵੀ ਭਾਈ ਇਹ ਚੀਜ਼ ਮੈਨੂੰ ਚਾਹੀਦੀ ਆ, ਮੈਨੂੰ ਦਿਓ। ਮਤਲਬ ਉੱਥੇ ਜਾ ਕੇ ਇਹਦੀ ਕਦਰ ਪੈਂਦੀ ਆ ਜਿੱਥੇ ਮਤਲਬ ਗਾਹਕ ਹੋਵੇ। ਉਹ ਗੱਲ ਤਾਂ ਉਹੀ ਆ ਨਾ, ਗਧੇ ਦੇ ਗਲ ਜੇ ਹੀਰਾ ਪਾ ਦਈਏ ਤਾਂ ਉਹਦਾ ਮੁੱਲ ਘੱਟ ਜਾਂਦਾ ਹੈ, ਅਤੇ ਜੇ ਹੀਰੇ ਦਾ ਗਾਹਕ ਹੋਵੇ ਤਾਂ ਉਹ ਦੱਸਦਾ ਹੈ ਕਿ ਇਹਦੀ ਕੀਮਤ ਕੀ ਆ। ਇਹ ਬਿਲਕੁਲ ਉਹ ਇਸ ਫਸਲ 'ਤੇ ਢੁਕਦੀ ਆ। ਮਤਲਬ ਹੁਣ ਤੁਸੀਂ ਕੁਦਰਤੀ ਖੇਤੀ ਦੇ ਵਿੱਚ ਜਿਹੜੀਆਂ ਕਣਕ ਦੀਆਂ ਕਿਹੜੀਆਂ ਕਿਸਮਾਂ ਜਿਹੜੀਆਂ ਆਪਣੇ ਖੇਤਾਂ ਦੇ ਵਿੱਚ ਉਗਾਉਂਦੇ ਹੋ, ਔਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਮਾਰਕੀਟਿੰਗ ਕੀਤੀ ਜਾਂਦੀ ਆ? ਯਾਦਵਿੰਦਰ ਵੀਰ ਜੀ, ਗੱਲ ਇੱਦਾਂ ਆ ਵੀ ਅਸੀਂ ਇਸ ਵੇਲੇ, ਮੈਂ ਇਹ ਕਹਿ ਸਕਦਾ ਕਿ 12 ਤੋਂ 15 ਕਿਸਾਨ ਜਿਹੜੇ ਆ ਮੇਰੇ ਨਾਲ ਜੁੜੇ ਹੋਏ ਆ, ਜਿਹੜੇ ਅੱਗੇ ਤੋਂ ਅੱਗੇ ਹੋਰ ਤਰੱਕੀਆਂ ਕਰ ਰਹੇ ਆ। ਮਤਲਬ ਅਸੀਂ ਚਲੋ ਪਹਿਲਾਂ ਤੁਰੇ ਹਾਂ, ਕੁਛ ਸਾਡੇ ਤੋਂ ਪਹਿਲਾਂ ਵੀ ਤੁਰੇ ਹੋਣਗੇ, ਪਰ ਹੁਣ 2-3 ਸਾਲ ਤੋਂ ਸਾਡੇ ਨਾਲ ਪਰਮਾਨੈਂਟਲੀ ਲੋਕ ਜੁੜ ਰਹੇ ਆ, ਅਤੇ ਉਹਦਾ ਕਰਕੇ ਸਾਨੂੰ ਏਰੀਆ ਵੀ ਵਧਾਉਣਾ ਪੈਂਦਾ। ਜਦੋਂ ਅਸੀਂ 10-15 ਕਿਸਾਨ ਹੋ ਗਏ ਆ,
ਤੇ ਸਾਨੂੰ ਵੱਖ-ਵੱਖ ਬੀਜ ਪੈਦਾ ਕਰਨ ਨੂੰ ਹੁਣ ਮੁਸ਼ਕਲ ਨਹੀਂ ਆਉਂਦੀ। ਤੇ ਇਹਦਾ ਕਰਕੇ ਸਾਡੇ ਕੋਲ ਇਸ ਵੇਲੇ ਕਣਕ ਦੇ ਘੱਟ ਤੋਂ ਘੱਟ 5 ਜਾਂ 6 ਬੀਜ ਮੌਜੂਦ ਹੈ ਇਹਦੇ ਵਿੱਚ, ਆਰਗੈਨਿਕ ਦੇ ਵਿੱਚ। ਮਤਲਬ ਕੁਦਰਤੀ ਖੇਤੀ ਵਿੱਚ ਇਹ 5-6 ਬੀਜ ਜਿਹੜੇ ਆ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ 2967 ਆ, ਜਿਹੜਾ ਪਰੰਪਰਾਗਤ ਬੀਜ ਆ। ਉਹਨੂੰ ਹੀ ਅਸੀਂ ਇਹਨੂੰ ਪਿਛਲੇ 5-6 ਸਾਲ ਤੋਂ ਬਾਰ-ਬਾਰ ਬੀਜ ਰਹੇ ਹਾਂ, ਤੇ ਉਹ ਬੀਜ ਬਿਲਕੁਲ ਓਕੇ ਆ। ਉਹਦੇ ਨਾਲ ਆ ਜਾਂਦਾ ਜੀ ਸੁਨਹਿਰੀ, ਜਿਹੜਾ ਨਵਾਂ ਬੀਜ ਨਿਕਲਿਆ, ਜਿਹਨੂੰ ਕਿਹਾ ਜਾਂਦਾ ਕਿ ਖਾਣ ਦੇ ਕਾਬਲ ਆ, ਇਹਦੇ ਵਿੱਚ ਫਾਈਬਰ ਹੈ ਲੋੜ ਤੋਂ ਜ਼ਿਆਦਾ ਆ। ਅਤੇ ਇਸੇ ਤਰੀਕੇ ਨਾਲ ਹੀ ਆ ਜਾਂਦਾ ਅੱਗੇ ਬੰਸੀ, ਜਿਹੜੇ ਪੁਰਾਣੇ ਬੀਜਾਂ ਦੇ ਵਿੱਚੋਂ ਲਿਆ ਹੋਇਆ ਔਰ ਛੇੜਛਾੜ ਤੋਂ ਬਚਿਆ ਹੋਇਆ ਵੀ, ਮਤਲਬ ਜਿਹਦੇ ਵਿੱਚ ਕੋਈ ਵੀ ਜੈਨੇਟਿਕ ਇਫੈਕਟ ਨਹੀਂ ਪਾਇਆ ਗਿਆ, ਪਰੰਪਰਾਗਤ ਪੁਰਾਣੇ ਬੀਜਾਂ ਦੇ ਵਿੱਚੋਂ ਉਹ ਲਿਆ ਕੇ ਬੀਜਿਆ। ਉਹਦੇ ਵਿੱਚ ਇਹ ਖੂਬੀਆਂ ਆ ਕਿ ਜਿੱਦਾਂ ਅਸੀਂ ਪਾਕਿਸਤਾਨੀ ਬਾਸਮਤੀ ਗਿਣ ਲੈਂਦੇ ਹਾਂ, ਇਸੇ ਤਰੀਕੇ ਨਾਲ ਇਹਨਾਂ ਪੁਰਾਣੇ ਬੀਜਾਂ ਦੇ ਵਿੱਚ ਜਿਹੜੇ ਗੁਣ ਆ ਉਹ ਬਹੁਤ ਜ਼ਿਆਦਾ ਹੈ। ਜਿੱਦਾਂ ਛੋਟੇ ਤੱਤ ਪੋਟਾਸ਼ੀਅਮ, ਮੈਗਨੀਸ਼ੀਅਮ, ਉਹ ਤੱਤ ਇਹਨਾਂ 'ਚੋਂ ਮਿਲ ਜਾਂਦੇ ਆ। ਫਿਰ ਇਹ ਸਰੀਰ ਦੇ ਵਿੱਚ ਜਿੰਨੇ ਤੱਤਾਂ ਦੀ ਲੋੜ ਹੁੰਦੀ ਆ ਉਹ ਸਾਡੀ ਖੁਰਾਕ ਦੇ ਵਿੱਚੋਂ ਹੀ ਪੂਰੇ ਹੋ ਜਾਂਦੇ ਆ। ਸਾਨੂੰ ਮੈਡੀਕਲ ਦੀ ਜ਼ਿਆਦਾ ਲੋੜ ਨਹੀਂ ਪੈਂਦੀ, ਸਹਾਇਤਾ ਲੈਣ ਦੀ ਲੋੜ ਨਹੀਂ ਪੈਂਦੀ। ਇਸੇ ਤਰੀਕੇ ਨਾਲ ਉੱਤੇ ਚੱਲ ਜਾਈਏ ਅਤੇ ਇੱਕ ਬਰਾਊਨ ਵੀਟ, ਕਾਲੇ ਰੰਗ ਦੀ ਕਣਕ ਹੁੰਦੀ ਹੈ, ਉਹ ਬੀਜ ਦੇ ਵਿੱਚ ਫਾਈਬਰ ਲੋੜ ਤੋਂ ਜ਼ਿਆਦਾ ਆ, ਗਲੂਟੋਨ ਉਹਦੇ ਵਿੱਚ ਘੱਟ ਆ। ਮਤਲਬ ਖਾਣਾ ਤਾਂ ਹੋ ਸਕਦਾ ਥੋੜ੍ਹਾ ਬਹੁਤਾ ਕਿਸੇ ਨੂੰ ਔਖਾ ਲੱਗਦਾ ਹੋਵੇ, ਪਰ ਜਿਹੜੇ ਬੰਦੇ ਉੱਤੇ ਲੱਗੇ ਹੋਏ ਆ ਨਾ, ਉਹ ਇਹ ਗੱਲ ਮੰਨਦੇ ਆ ਕਿ ਇਹ ਚੀਜ਼ਾਂ ਉਹ ਆ ਜਿਹੜੀਆਂ ਕੁਆਂਟਿਟੀ ਦੇ ਵਿੱਚ ਸਾਨੂੰ, ਜਿੱਥੇ ਅਸੀਂ 4 ਰੋਟੀਆਂ ਖਾਂਦੇ, 2 ਰੋਟੀਆਂ ਦੇ ਨਾਲ ਸਾਡਾ ਗੁਜ਼ਾਰਾ ਹੋ ਜਾਂਦਾ। ਔਰ ਸਾਨੂੰ ਇੰਨਾ ਕੁ ਤਜਾ ਰਹਿੰਦਾ, ਇੰਨੀ ਕੁ ਸਾਰੀ ਦਿਹਾੜੀ ਐਨਰਜੀ ਰਹਿੰਦੀ ਆ ਕਿ ਸਾਨੂੰ ਭੁੱਖ ਮਹਿਸੂਸ ਨਹੀਂ ਹੁੰਦੀ, ਤਲਖੀ ਕਦੇ ਨਹੀਂ ਲੱਗਦੀ, ਕਦੇ ਸਰੀਰ ਨੂੰ ਖੋਹ ਨਹੀਂ ਪੈਂਦੀ। ਮਤਲਬ ਉਹਨਾਂ 'ਚ ਇੱਕ ਗੁਣ ਆ ਇਹਨਾਂ ਕਣਕਾਂ ਦੇ ਵਿੱਚ। ਇਸੇ ਤਰੀਕੇ ਨਾਲ ਉੱਤੇ ਇਹਦੇ ਜਿਹੜਾ ਸਭ ਤੋਂ ਉੱਤਮ ਕੁਆਲਿਟੀ ਦਾ ਬੀਜ ਜਿਹਨੂੰ ਗਿਣਿਆ ਜਾਂਦਾ ਕਣਕ ਦੇ ਵਿੱਚ, ਉਹ ਆ ਸੋਨਾ ਮੋਤੀ। ਉਹ ਮੈਂ ਪਹਿਲੀ ਵਾਰੀ ਇਸ ਵੇਲੇ ਲਿਆਇਆ ਆਪਣੇ ਖੇਤਾਂ ਵਿੱਚ, ਔਰ ਮੈਨੂੰ ਜਿੰਨਾ ਕੁ ਬੀਜ ਮਿਲਿਆ ਸੀ ਉਹ ਮੇਰਾ ਲਗਭਗ 1 ਕਿੱਲਾ ਕਣਕ ਦਾ ਬੀਜ ਹੋਇਆ ਸੀ। ਔਰ ਉਹ ਬੀਜ ਮੈਂ ਆਪਣੇ ਕੋਲ ਰੱਖਿਆ ਹੋਇਆ ਸਾਂਭ ਕੇ। ਮਤਲਬ 5-6 ਬੀਜ ਜਿਹੜੇ ਮੇਰੇ ਕੋਲ ਇਸ ਵੇਲੇ ਹੈਗੇ ਆ, 3-4 ਕਿਸਾਨਾਂ ਨੂੰ ਰਲਾ ਕੇ। ਤੁਸੀਂ ਇਹ ਜਿੰਨੇ ਚਿਰ ਤੋਂ ਆਪਣੇ ਘਰ ਦੇ ਵਿੱਚ ਵੀ ਕੁਦਰਤੀ ਖੇਤੀ ਜਿਹੜੀਆਂ ਉਪਜ ਆ ਉਹਦੀ, ਤੁਸੀਂ ਚਾਹੇ ਆਲੂ ਹੋ ਗਏ, ਚਾਹੇ ਛੋਲੇ, ਚਾਹੇ ਕਣਕ ਆ, ਚਾਹੇ ਤੁਹਾਡੀ 11-21 ਆ, ਉਹਨੂੰ ਤੁਸੀਂ ਵਰਤਦੇ ਹੋ, ਉਹਦੇ ਵਿੱਚ ਤੁਸੀਂ ਕਿੰਨਾ ਕੁ ਮਹਿਸੂਸ ਕੀਤਾ ਕਿ ਤੁਹਾਨੂੰ ਜਿਹੜੀ ਡਾਕਟਰਾਂ ਦੇ ਕੋਲ ਜਾਣ ਦੀ ਲੋੜ ਮਹਿਸੂਸ ਨਹੀਂ ਹੋਈ? ਔਰ ਤੁਹਾਨੂੰ ਪਹਿਲਾਂ ਕੀ ਸੀਗਾ ਜੋ ਤੁਸੀਂ ਹੁਣ ਮਹਿਸੂਸ ਕੀਤਾ ਕਿ ਵੀ ਮੈਨੂੰ ਕੁਦਰਤੀ ਚੀਜ਼ਾਂ ਖਾਣ ਦੇ ਨਾਲ, ਚਾਹੇ ਮੇਰੇ ਪਰਿਵਾਰ ਨੂੰ ਖਾਣ ਦੇ ਨਾਲ, ਇਸ ਚੀਜ਼ ਦਾ ਫਾਇਦਾ ਹੋਇਆ? ਇਹ ਬਿਲਕੁਲ ਜੀ, ਇਹ ਖਾਣ ਦੇ ਨਾਲ ਤੁਹਾਡੀਆਂ ਬਿਮਾਰੀਆਂ ਘੱਟ ਜਾਂਦੀਆਂ, ਤੁਹਾਨੂੰ ਡਾਕਟਰ ਕੋਲ ਜਾਣਾ, ਜਿਹੜਾ ਗੇੜੇ ਮਾਰਨੇ ਉਹ ਘੱਟ ਜਾਂਦੇ ਆ, ਤੁਹਾਡੀ ਮੈਡੀਕਲ ਜਾਂ ਮੈਡੀਸਨ ਜਿਹੜੀ ਉਹ ਬਹੁਤ ਘੱਟ ਜਾਂਦੀ ਆ। ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਮੇਰੇ ਨਾਲ ਵੀ ਹੋਇਆ ਅਤੇ ਆਮ ਬੰਦੇ ਨਾਲ ਹੁੰਦਾ ਆ। ਮੰਨ ਲਓ ਜੇ ਅੱਜ ਵੀ ਕੋਈ ਗੱਲ ਕਰੇ ਕਿ ਮੇਰੀ ਲੀਵਰ ਦੀ ਪ੍ਰੋਬਲਮ ਆ, ਮੈਡੀਕਲ ਸਾਇੰਸ ਦੇ ਵਿੱਚ ਐਡੀ ਤਕੜੀ ਕੋਈ ਦਵਾਈ ਨਹੀਂ ਜਿਹੜੀ ਤੁਹਾਡੇ ਲੀਵਰ ਨੂੰ ਯਕਦਮ ਸਹੀ ਕਰਕੇ ਪਹਿਲੇ ਹਾਲਤ 'ਚ ਲੈ ਆਵੇ। ਪਰ ਤੁਸੀਂ ਇਹ ਤੰਦਰੁਸਤ ਖੁਰਾਕ ਖਾਂਦੇ ਹੋ, ਆਉਣ ਵਾਲੇ 5-6 ਮਹੀਨਿਆਂ ਦੇ ਵਿੱਚ ਤੁਹਾਡਾ ਲੀਵਰ, ਤੁਹਾਡਾ ਸਰੀਰ ਉਸ ਗੱਲ ਨੂੰ ਸ਼ੋਅ ਕਰੇਗਾ, ਦੱਸੇਗਾ ਕਿ ਤੁਸੀਂ ਇਸ ਵੇਲੇ ਬਿਲਕੁਲ ਨੋਰਮਲ ਹੋ, ਤੁਹਾਨੂੰ ਦਵਾਈ ਦੀ ਲੋੜ ਨਹੀਂ। ਇੰਨਾ ਫਰਕ ਇਹਨਾਂ ਚੀਜ਼ਾਂ 'ਚ ਹੈ। ਜਿਹੜੀ ਤੁਹਾਡੀ ਕੁਦਰਤੀ ਉਪਜ ਆ, ਇਹਦੀ ਤੁਸੀਂ ਕਣਕ ਹੋ ਗਈ, ਚਾਹੇ ਤੁਹਾਡੀਆਂ ਹੋਰ ਵੀ ਜਿਹੜੀਆਂ ਉਤਪਾਦ ਆ, ਇਹਨਾਂ ਨੂੰ ਤੁਸੀਂ ਮਾਰਕੀਟਿੰਗ ਕਿਸ ਤਰੀਕੇ ਨਾਲ ਕਰਦੇ ਹੋ? ਕੋਈ ਗਰੁੱਪ ਦੇ ਵਿੱਚ ਕਰਦੇ ਹੋ, ਲੋਕਲ ਮਾਰਕੀਟ ਆ, ਜਾਂ ਤੁਹਾਡੇ ਖੇਤਾਂ ਦੇ ਵਿੱਚੋਂ ਹੀ ਜਿਹੜਾ ਖਪਤਕਾਰ ਆ ਉਹ ਲੈ ਜਾਂਦਾ? ਇਹਦੇ ਅਜੇ ਤੱਕ 2 ਜ਼ਰੀਏ ਆ ਜੀ। ਵੈਸੇ ਕੰਪਨੀਆਂ ਸਾਡੇ ਕੋਲ ਆਉਂਦੀਆਂ, ਫਰਾਡ ਵੀ ਆਉਂਦੇ, ਦੂਸਰੀਆਂ ਵੀ ਆਉਂਦੀਆਂ। ਸਾਡੀ ਇੱਕ ਪ੍ਰੋਬਲਮ ਹੁੰਦੀ ਹੈ ਕਿ ਅਸੀਂ ਅਜੇ ਤੱਕ ਸਾਡੇ ਕੋਲ ਬੈਲੈਂਸ ਨਹੀਂ ਹੈਗਾ, ਅਸੀਂ ਉਧਾਰ ਮਾਲ ਆਪਣਾ ਕਿਸੇ ਨੂੰ ਚੁਕਾ ਨਹੀਂ ਸਕਦੇ। ਕਈ ਕੰਪਨੀਆਂ ਆਉਂਦੀਆਂ ਕਿ ਤੁਸੀਂ ਮਾਲ ਭੇਜ ਦਿਓ, ਪੇਮੈਂਟ ਤੁਹਾਨੂੰ ਬਾਅਦ 'ਚ ਭੇਜ ਦਿਆਂਗੇ, ਅਸੀਂ ਉਹਨਾਂ ਨਾਲ ਗੱਲ ਨਹੀਂ ਕਰਦੇ, ਹਾਲਾਂਕਿ ਉਹ ਰੇਟ ਭਰਨ ਨੂੰ ਤਿਆਰ ਹੁੰਦੀਆਂ। ਹਾਂ, ਇੱਕ ਸਾਡੇ ਕੋਲ ਜਿਨ੍ਹਾਂ ਨਾਲ ਅਸੀਂ ਸਾਡੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਸਾਡੀ ਪੈਲੀ ਦੀ, ਪੰਜਾਬ ਐਗਰੀ ਐਕਸਪੋਰਟ ਪ੍ਰਾਈਵੇਟ ਲਿਮਟਿਡ, ਉਹ ਸਾਡਾ ਮਾਲ ਚੱਕਦੀ ਆ। ਮਤਲਬ ਪਿਛਲੇ 2-3 ਸਾਲ ਤੋਂ ਸਾਡੀ 11-21 ਬਾਸਮਤੀ ਕਣਕ, ਉਹ ਜਿੰਨੀ ਵੀ ਹੋਵੇ ਉਹ ਕਹਿੰਦੇ ਸਾਨੂੰ ਦੇ ਦਿਓ। ਇਸੇ ਤਰੀਕੇ ਨਾਲ ਜਿੱਦਾਂ ਦਾਲਾਂ ਉਹ ਚੱਕਦੇ ਆ ਜੀ। ਮਤਲਬ ਉਹ ਕੰਪਨੀ ਇਹ ਠੀਕ ਹੈ ਕਿ ਸਾਨੂੰ ਰੇਟ ਉਨਾ ਤਕੜਾ ਨਹੀਂ ਦਿੰਦੇ, ਪਰ ਸਾਡਾ ਜਿਹੜਾ ਮਾਲ ਆ ਉਹ ਕੁਦਰਤੀ ਤਰੀਕੇ ਨਾਲ ਤਿਆਰ ਹੋਈ ਫਸਲ ਨੂੰ ਕਹਿ ਕੇ ਥੋੜ੍ਹਾ ਰੇਟ ਉੱਪਰ ਕਰਕੇ ਸਾਨੂੰ ਇੱਕ ਪਰਮਾਨੈਂਟ ਰੇਟ ਦੇ ਦਿੰਦੇ ਆ। ਤੁਸੀਂ ਹੁਣੇ ਗੱਲ ਕੀਤੀ ਆ ਕਿ ਤੁਸੀਂ ਜਿਹੜੀ ਆਪਣੀ ਜ਼ਮੀਨ ਆ, ਚਾਹੇ ਜਿਹੜੇ ਉਤਪਾਦ ਆ, ਉਹਨਾਂ ਨੂੰ ਕੋਈ ਰਜਿਸਟਰ ਕਰਾਇਆ, ਉਹਦੇ ਬਾਰੇ ਕਿਸਾਨਾਂ ਨੂੰ ਦੱਸੋ।
ਉਤਪਾਦ ਨਹੀਂ ਰਜਿਸਟਰਡ ਹੋਏ ਜੀ। ਉਤਪਾਦ ਤਾਂ ਇੱਕ ਬੈਚ ਰਜਿਸਟਰਡ ਹੁੰਦਾ ਆ, ਉਹ ਅਸੀਂ ਉਸ ਬੰਨੇ ਜਾ ਰਹੇ ਹਾਂ, ਅਜੇ ਨਹੀਂ ਗਏ। ਪਰ ਜ਼ਮੀਨ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਆ। ਇਹ ਜ਼ਮੀਨ ਲਈ ਰਜਿਸਟ੍ਰੇਸ਼ਨ 2-3 ਤਰੀਕੇ ਹੈਗੇ ਆ। ਇੱਕ ਤਾਂ ਕੁਦਰਤੀ ਖੇਤੀ ਵਿਰਾਸਤ ਮਿਸ਼ਨ ਵਾਲੇ, ਉਹ ਵੀ ਆਪਣੇ ਤੌਰ 'ਤੇ ਰਜਿਸਟ੍ਰੇਸ਼ਨ ਕਰਦੇ ਆ ਅਤੇ ਕਿਸਾਨਾਂ ਨੂੰ ਇਸ ਬੰਨੇ ਨੂੰ ਤੋਰਦੇ ਆ। ਮੇਰਾ ਵੀ ਉਹਨਾਂ ਨਾਲ ਲਿੰਕ ਹੋਇਆ ਸੀਗਾ। ਪਰ ਮੈਂ ਗਿਆ ਆ ਪੰਜਾਬ ਐਗਰੀ ਐਕਸਪੋਰਟ ਵਾਲਿਆਂ ਕੋਲ, ਉਹਨਾਂ ਦੇ ਔਨਲਾਈਨ ਇਹ ਸਾਡੀ ਪੈਲੀ ਜਿਹੜੀ ਆ ਉਹਨਾਂ ਕੋਲ ਰਜਿਸਟਰਡ ਆ। ਉਹ ਸਾਨੂੰ ਉਹਦਾ ਸਰਟੀਫਿਕੇਟ ਦੇ ਦਿੰਦੇ ਆ ਕਿ ਸਾਨੂੰ ਇੰਨੇ ਤੋਂ ਅਸੀਂ ਲੱਗੇ ਹੋਏ ਹਾਂ ਔਰਗੈਨਿਕ ਖੇਤੀ ਕਰਨ। ਲਗਭਗ 17 ਦੇ ਵਿੱਚ ਉਹਨਾਂ ਪਹਿਲੀ ਵਾਰੀ ਮੇਰੇ ਕੋਲ ਰਜਿਸਟ੍ਰੇਸ਼ਨ ਮੇਰੀ ਪੈਲੀ ਦੀ ਕੀਤੀ ਸੀਗੀ, ਅਤੇ ਉਹ 20 ਦੇ ਵਿੱਚ ਆਣ ਕੇ 3 ਸਾਲ ਦੀ ਰਜਿਸਟ੍ਰੇਸ਼ਨ ਹੋ ਗਈ ਆ। ਅਤੇ ਹੁਣ ਮੇਰੇ ਕੋਲ ਉਹਦਾ ਜਿਹੜਾ ਸਰਟੀਫਿਕੇਟ ਆ C3 ਉਹ ਮੇਰੇ ਕੋਲ ਹੈਗਾ ਇਸ ਵੇਲੇ। ਇਹ ਜਿਹੜਾ ਰਜਿਸਟ੍ਰੇਸ਼ਨ ਤੁਸੀਂ ਕਰਵਾਉਂਦੇ ਹੋ, ਇਹਦੇ ਉੱਤੇ 17 ਦੇ ਵਿੱਚ ਤੁਸੀਂ ਕਹਿੰਦੇ ਆ ਕਿ 17 ਦੇ ਵਿੱਚ ਮੈਂ ਸ਼ੁਰੂ ਕੀਤਾ, ਕੀ ਇਹਦਾ ਖਰਚਾ ਕੀ ਆਉਂਦਾ? ਪੰਜਾਬ ਐਗਰੀ ਐਕਸਪੋਰਟ ਬਿਲਕੁਲ ਫ੍ਰੀ ਆਫ ਕੋਸਟ ਕਰਦਾ ਜੀ। ਉਹ ਟੂਰ ਵੀ ਫ੍ਰੀ ਆਫ ਕੋਸਟ ਕੱਢਦੇ ਆ, ਉਹਦੇ 'ਤੇ ਕੋਈ ਖਰਚਾ ਨਹੀਂ ਆਉਂਦਾ। ਸ਼ਰਤ ਇਹ ਹੈ ਕਿ ਤੁਸੀਂ ਇਹਨੂੰ ਪ੍ਰੋਪਰ ਤਰੀਕੇ ਨਾਲ ਕਰਦੇ ਰਹੋ ਅਤੇ ਉਹ ਤੁਹਾਨੂੰ ਉਹਦਾ ਸਰਟੀਫਿਕੇਸ਼ਨ ਬਣਾ ਕੇ ਦੇ ਦਿੰਦੇ ਆ। ਸਰਟੀਫਿਕੇਸ਼ਨ ਦਾ ਇਹ ਮਤਲਬ ਹੁੰਦਾ ਜੀ ਕਿ ਜਿੱਦਾਂ ਅਪੇਡਾ ਵੱਲੋਂ ਵੀ ਉਹਨਾਂ ਦੇ ਦਿੱਤਾ, ਹੋਰ ਵੀ 2 ਏਜੰਸੀਆਂ ਜਿਨ੍ਹਾਂ ਵੱਲੋਂ ਉਹਨਾਂ ਨੇ ਸਾਨੂੰ ਸਟੈਂਪ ਲਾ ਕੇ ਦੇ ਦਿੱਤੀ ਆ। ਅਸੀਂ ਆਪਣੀ ਫਸਲ ਪ੍ਰਾਈਵੇਟ ਸੈਕਟਰ ਵਿੱਚ ਵੇਚਦੇ ਹਾਂ ਜਾਂ ਕਿਸੇ ਏਜੰਸੀ ਨੂੰ ਵੇਚਦੇ ਹਾਂ, ਅਤੇ ਕਿਤੇ ਉਹ ਸਾਡੇ ਕੋਲ ਉਹ ਸਰਟੀਫਿਕੇਟ ਮੰਗ ਲਵੇ ਤਾਂ ਸਾਡੇ ਕੋਲ ਉਹ ਸਰਟੀਫਿਕੇਟ ਇੱਕ ਪ੍ਰੂਫ ਹੈ ਵੀ ਅਸੀਂ ਇੰਨੇ ਚਿਰ ਤੋਂ ਇਹ ਖੇਤੀ ਕਰ ਰਹੇ ਹਾਂ, ਅਤੇ ਉਹ ਸਬੂਤ ਦੇ ਸਿਰ 'ਤੇ ਸਾਡੀ ਖੇਤੀ ਜਿਹੜੀ ਆ, ਸਾਡਾ ਉਹ ਸਰਟੀਫਿਕੇਟ ਨੰਬਰ ਜਿਹੜਾ ਆ ਉਹ ਸਾਡੀ ਪੈਦਾਵਾਰ 'ਤੇ ਲੱਗ ਜਾਣਾ, ਅਤੇ ਉਹ ਕੰਪਨੀ ਨੇ ਸਾਡੇ ਨਾਂ 'ਤੇ ਹੀ ਉਹ ਫਸਲ ਨੂੰ ਔਰਗੈਨਿਕ ਅੱਗੇ ਵੇਚ ਦੇਣਾ ਹੁੰਦਾ ਆ, ਮਤਲਬ ਮਾਰਕੀਟ ਵਿੱਚ ਉਤਾਰਨਾ ਹੁੰਦਾ। ਤੁਹਾਡੇ ਨਾਮ 'ਤੇ ਉਹ ਨੰਬਰ? ਹਾਂਜੀ, ਉਹ ਬੈਚ ਵੀ ਸਾਡੇ ਨੰਬਰ 'ਤੇ ਲੱਗਣਾ ਹੁੰਦਾ ਆ। ਉਹ ਸਰਟੀਫਿਕੇਸ਼ਨ ਨੰਬਰ ਮੰਗਦੇ ਆ, ਅਤੇ ਉਹ ਸਾਡੇ ਕੋਲ ਇਸ ਵੇਲੇ ਮੌਜੂਦ ਆ। ਆਪਾਂ ਗੱਲ ਕਰ ਰਹੇ ਹਾਂ ਕੁਦਰਤੀ ਖੇਤੀ ਦੀ, ਜੈਵਿਕ ਖੇਤੀ ਦੀ। ਇਸ ਸੰਬੰਧ ਦੇ ਵਿੱਚ ਤੁਸੀਂ ਕੋਈ ਟ੍ਰੇਨਿੰਗ ਲਈ ਹੋਵੇ ਜਾਂ ਕੋਈ ਇਸ ਸੰਬੰਧ ਦੇ ਵਿੱਚ ਤੁਸੀਂ ਕੋਈ ਟੂਰ ਲਗਾਏ ਹੋਣ, ਉਹਦੇ ਬਾਰੇ ਕਿਸਾਨਾਂ ਦੇ ਨਾਲ ਆਪਣੇ ਤਜਰਬੇ ਸਾਂਝੇ ਕਰੋ। ਟੂਰ 'ਚ ਮੈਂ ਜ਼ਿਆਦਾ ਨਹੀਂ ਕੋਈ ਵੀ ਲਗਾਇਆ। ਹਾਲਾਂਕਿ ਛੋਟੇ ਛੋਟੇ ਟੂਰ ਜਿਸ ਤਰ੍ਹਾਂ ਤੁਸੀਂ ਆਏ ਹੋ, ਅਤੇ ਇੱਥੇ ਸਾਡੇ ਖੇਤੀਬਾੜੀ ਮਹਿਕਮਾ ਉਹ ਵੀ ਆਮ ਤੌਰ 'ਤੇ ਆਉਂਦਾ ਰਹਿੰਦਾ ਜੀ ਸਾਡੇ ਕੋਲ, ਅਤੇ ਸਾਨੂੰ ਨਵੇਂ ਸੁਝਾਅ, ਨਵੀਆਂ ਗਿਆਨ ਬਾਰੇ ਦੱਸਦੇ ਆ। ਤਾਂ ਕੁਛ ਇੱਕ ਸਿੱਧੇ ਲਿੰਕ ਜਿੱਦਾਂ KVK ਦੇ ਡਾਕਟਰਸ ਸਾਡੇ ਕੋਲ, ਲੁਧਿਆਣਾ ਯੂਨੀਵਰਸਿਟੀ ਦੇ ਡਾਕਟਰ, ਉਹ ਸਿੱਧੇ ਲਿੰਕ ਜ਼ਰੂਰ ਹੈਗੇ ਆ। ਉਹਨਾਂ ਨੂੰ ਨਵੀਆਂ ਤਕਨੀਕਾਂ ਸਾਡੇ ਕੋਲ ਜ਼ਰੂਰ ਉਹਨਾਂ ਦੀਆਂ ਆਉਂਦੀਆਂ ਰਹਿੰਦੀਆਂ, ਅਤੇ ਨਵੇਂ ਪ੍ਰੋਡਕਟ ਜਿੱਦਾਂ ਵੇਸਟ ਡੀਕੰਪੋਜ਼ ਜਾਂ ਇਹਦੇ ਨਾਲ ਦੇ ਹੋਰ 2 ਪ੍ਰੋਡਕਟ ਉਹਨਾਂ ਨੇ ਨਵੇਂ ਸਾਨੂੰ ਲਿਆ ਕੇ ਦਿੰਦੇ ਰਹਿੰਦੇ ਆ। ਅਸੀਂ ਉਹਨਾਂ ਦਾ ਵਰਤੋਂ ਜ਼ਰੂਰ ਕਰਦੇ ਹਾਂ। ਉਹ ਔਰਗੈਨਿਕ ਦੇ ਵਿੱਚ ਉਤਸ਼ਾਹਿਤ ਕਰਦੇ ਜ਼ਰੂਰ ਆ, ਪਰ ਜਿਹੜੀ ਇਹਦੀ ਪੈਦਾਵਾਰ ਆ ਉਹਦੇ ਕੋਲ ਅਜੇ ਸਾਡੇ ਸਰਕਾਰੀ ਤੌਰ 'ਤੇ ਮੇਰਾ ਖਿਆਲ ਤਾਂ ਅਜੇ ਤੱਕ ਕੋਈ ਨਹੀਂ, ਬਜਾਏ ਪੰਜਾਬ ਐਗਰੀ ਐਕਸਪੋਰਟ ਤੋਂ। ਗੱਲ ਕਰਦੇ ਜੀ ਆਪਾਂ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਬੈਠੇ ਹਾਂ, ਔਰ ਗੱਲ ਕਰਦੇ ਹਾਂ ਬਾਬੇ ਨਾਨਕ ਦੇ ਸਮਿਆਂ ਦੀ। ਉਸ ਸਮੇਂ ਖੇਤੀ ਹੁੰਦੀ ਸੀ ਕੋਦਰਾ, ਕੰਗਣੀ, ਕੁਟਕੀ ਅਤੇ ਸਵਾਂਖੀ ਵਗੈਰਾ ਦੀ। ਉਹਦੇ ਬਾਰੇ ਵੀ ਜੇ ਮੈਂ ਗੱਲ ਕਰਾਂ, ਮੈਂ ਤੁਹਾਡੇ ਨਾਲ ਪਹਿਲਾਂ ਵੀ ਵਿਚਰਿਆ ਵਾਂ। ਤੁਸੀਂ ਉਹ ਚੀਜ਼ਾਂ ਵੀ ਆਪਣੇ ਜਿਹੜਾ ਆਊਟਲੈਟ ਸੈਂਟਰ ਤੁਸੀਂ ਬਣਾਇਆ ਵਾ ਨੈਚੁਰਲ ਬਾਈਟਸ ਦੇ ਨਾਂ 'ਤੇ, ਉੱਥੇ ਵੀ ਤੁਸੀਂ ਉਹ ਸੇਲ ਕਰਦੇ ਹੋ। ਉਹਦੇ ਬਾਰੇ ਕਿਸਾਨਾਂ ਨੂੰ ਦੱਸੋ। ਬਿਲਕੁਲ ਜੀ, ਆਪਣੇ ਕੋਲ 3 ਸਾਲ ਪਹਿਲਾਂ, ਮੇਲੇ ਤੋਂ ਪਹਿਲਾਂ ਜਾਂ ਇਹਦੇ ਲਾਗੇ ਬੰਨੇ 500-550 ਸਾਲਾ ਜਿਹੜਾ ਆਪਾਂ ਮਨਾਇਆ, ਖੇਤੀ ਵਿਰਾਸਤ ਮਿਸ਼ਨ ਨੇ ਸੁਲਤਾਨਪੁਰ ਲੋਧੀ ਮੇਲਾ ਕਰਾਇਆ 4 ਦਿਨ ਦਾ। ਉਹਦੇ ਵਿੱਚ ਇਹਦੀ ਬਹੁਤ ਵੱਧ ਚੜ੍ਹ ਕੇ ਚਰਚਾ ਹੋਈ ਸੀਗੀ, ਔਰ ਇੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਕੋਦਰਾ ਵਗੈਰਾ ਬੀਜਿਆ ਸੀਗਾ, ਔਰ ਕਈਆਂ ਕੋਲ ਉਹਦੀ ਉਹ ਕੁਛ ਕੁਆਂਟਿਟੀ ਦੇ ਵਿੱਚ ਪਿਆ ਵਾ ਮਾਲ। ਪ੍ਰੋਬਲਮ ਉਹਦੀ ਇਹ ਸੀਗੀ ਕਿ ਉਹਨੂੰ ਪ੍ਰੋਸੈਸ ਕਰਨਾ ਪੈਂਦਾ ਹੈ, ਉਹਦੇ ਤੋਂ ਸਿਲਕਾ ਲਾ ਕੇ ਖਾਣ ਦੇ ਯੋਗ ਬਣਾਉਣ ਲਈ। ਉਹ ਪ੍ਰੋਸੈਸਿੰਗ ਸਿਸਟਮ ਸਾਡੇ ਕੋਲ ਅਜੇ ਤਿਆਰ ਨਹੀਂ ਹੋਇਆ ਸੁਲਤਾਨਪੁਰ ਲੋਧੀ ਜਾਂ ਪੰਜਾਬ ਦੇ ਲਾਗੇ ਬੰਨੇ ਕਿਤੇ। ਉਹਦਾ ਕਰਕੇ ਉਹ ਮਾਲ ਵੈਸੇ ਦਾ ਵੈਸੇ ਹੀ ਪਿਆ ਆ। ਇਹਦੀ ਵਜ੍ਹਾ ਨਾਲ ਸਾਨੂੰ ਉਹ ਜਿਹੜੇ ਮਿਲਟਸ ਆ 5 ਟਾਈਪ ਦੇ ਆ, ਉਹ ਸਾਨੂੰ ਅਸੀਂ ਵਰਤੋਂ ਕਰਦੇ ਆ, ਗਾਹਕ ਵੀ ਉਹਨੂੰ ਖਾਣ ਦੇ ਇੱਛੁਕ ਆ, ਉਹ ਸਾਨੂੰ ਕਰਨਾਟਕਾ ਤੋਂ ਮੰਗਾਉਣੇ ਪੈਂਦੇ ਆ। ਔਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਜਿੰਨੀ ਕੁ ਡਿਮਾਂਡ ਹੁੰਦੀ ਆ ਉਹਨੂੰ ਪੂਰਾ ਕਰ ਸਕੀਏ। ਔਰ ਆਉਣ ਵਾਲੇ ਸਮੇਂ 'ਚ ਉਹ ਇੱਕ ਪ੍ਰੋਡਕਟ ਸਾਡਾ ਬਟਾਲੇ ਸ਼ਾਇਦ ਲੱਗ ਰਿਹਾ, ਅਤੇ ਜੇ ਉਹ ਲੱਗ ਜਾਂਦਾ ਆ ਅਤੇ ਉਹ ਪ੍ਰੋਸੈਸਿੰਗ ਇੱਥੇ ਸ਼ੁਰੂ ਹੋ ਜਾਣੀ ਆ, ਅਤੇ ਉਹ ਮਿਲਟਸ ਤੇ ਆਪਣੇ ਖੇਤਾਂ ਦੇ ਵਿੱਚ ਲੱਗੇ ਨਜ਼ਰ ਆਉਣਗੇ।
ਥੋੜ੍ਹੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਸ ਵਾਰ ਵੀ ਔਰ ਆਉਂਦੇ ਵਾਰੀ ਚੰਗੀ ਤਰ੍ਹਾਂ ਹੀ ਦੱਸਣਗੇ ਸਾਰਾ ਕੁਛ। ਇਹ ਜਿਹੜਾ ਤੁਹਾਡਾ ਜਿਹੜਾ ਆਊਟਲੈਟ ਸੈਂਟਰ ਬਣਿਆ ਵਾ ਨੈਚੁਰਲ ਬਾਈਟਸ ਦੇ ਨਾਂ 'ਤੇ, ਇਹਦੇ ਬਾਰੇ ਥੋੜ੍ਹਾ ਜਿਹਾ ਕਿਸਾਨਾਂ ਨੂੰ ਦੱਸੋ ਕਿ ਤੁਸੀਂ ਕਿਸ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਆਊਟਲੈਟ ਸੈਂਟਰ ਬਣਾਇਆ ਵਾ, ਔਰ ਉੱਥੇ ਤੁਸੀਂ ਕਿਹੜੇ ਕਿਹੜੇ ਜਿਹੜੇ ਆਪਣੀ ਉਪਜ ਅਤੇ ਜਿਨਸ ਜਿਹੜੀ ਉਤਪਾਦ ਕਿਹੜੇ ਕਿਹੜੇ ਉੱਥੇ ਰੱਖੇ ਆ? ਵੀਰੇ ਸਾਡੇ ਕੋਲ ਨਾ ਸਭ ਤੋਂ ਪਹਿਲਾਂ ਨਬਾਰਡ ਵਾਲਿਆਂ ਨੇ ਬਹੁਤ ਮਿਹਨਤ ਕੀਤੀ ਹੈ। ਮੇਰੇ ਕੋਲ ਆਮ ਆਉਂਦੇ ਆ, ਮਤਲਬ ਹਰ ਸਾਲ ਜਾਂ ਹਰ 2-4 ਮਹੀਨੇ ਜਾਂ ਫੋਨ 'ਤੇ ਸਾਡੀ ਰਾਬਤੇ ਆਮ ਹੀ ਚੱਲਦੇ ਰਹਿੰਦੇ ਆ। ਅਤੇ ਐਸ ਬਿੰਦਰਾ ਸਾਡੇ ਕੋਲ 2 ਸਾਲ ਪਹਿਲਾਂ ਇਸੇ ਪਲਾਟ ਦੇ ਵਿੱਚ ਆ ਚੁੱਕੇ ਆ। ਉਹਨਾਂ ਨੇ ਬਹੁਤ ਜਾਣਕਾਰੀ ਦਿੱਤੀ ਸੀ ਸਾਨੂੰ ਸੁੱਧਿਆਂ ਨੂੰ ਵੀ। ਸਾਡੇ ਕਿਸਾਨ ਉਸ ਵੇਲੇ 100 ਦੇ ਲਾਗੇ ਬੰਨੇ ਇਕੱਠੇ ਹੋਏ ਸੀਗੇ। ਇਸੇ ਤਰੀਕੇ ਨਾਲ ਇਸ ਵਾਰ ਜਿਹੜੇ ਸਾਡੇ GM ਸਾਹਿਬ ਨੇ ਨਬਾਰਡ ਦੇ ਅਤੇ DDM ਰਕੇਸ਼ ਜੀ ਕਪੂਰਥਲਾ ਤੋਂ, ਇਹ ਆਪਣੀ ਪੂਰੀ ਟੀਮ ਨਾਲ ਇਹ ਸਾਨੂੰ ਆਊਟਲੈਟ ਖੋਲ੍ਹ ਕੇ ਦੇ ਕੇ ਗਏ ਸੀਗੇ। ਅਤੇ ਉਹ ਸਹਿਯੋਗ ਕਰਨ ਦਾ ਯਤਨ ਕਰਦੇ ਆ ਅਜੇ, ਪਰ ਜਿੱਦਾਂ ਕਹਿੰਦੇ ਹੁੰਦੇ ਸਰਕਾਰੀ ਨੀਤੀਆਂ ਜਿਹੜੀਆਂ ਵਾ ਉਹ ਇੱਕ ਡਿੱਕਾ ਬਣ ਜਾਂਦੀਆਂ, ਪਰ ਅਜੇ ਸਾਡਾ ਉਹ ਆਊਟਲੈਟ ਆਪਣੇ ਸਿਰ ਬਸੇਰੀ ਅਸੀਂ ਉਹਨੂੰ ਕਾਮਯਾਬ ਕਰਨ ਦਾ ਯਤਨ ਕਰਦੇ ਹਾਂ। ਆਉਣ ਵਾਲਾ ਸਮਾਂ ਸ਼ਾਇਦ ਸਰਕਾਰ ਇਹਨੂੰ ਹੋਰ ਪ੍ਰਫੁੱਲਤ ਕਰੇ ਤਾਂ ਜ਼ਰੂਰ ਉਹਦੇ ਵਿੱਚ ਅਸੀਂ ਹੋਰ ਵਾਧਾ ਕਰਾਂਗੇ। ਔਰ ਸਾਡੀ ਇੱਕ ਇੱਛਾ ਸੀ ਸਭ ਤੋਂ ਪਹਿਲਾਂ ਜਦੋਂ ਅਸੀਂ ਇਸ ਬੰਨੇ ਤੁਰੇ ਹਾਂ ਕਿ ਅਸੀਂ ਇਹ ਆਪਣਾ ਪਿੰਡ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਔਰਗੈਨਿਕ ਖੇਤੀ ਵੱਲ ਜਾਂ ਕੁਦਰਤੀ ਖੇਤੀ ਵੱਲ ਲਿਆਵਾਂਗੇ। ਉਹਦੇ ਵਿੱਚ ਅਸੀਂ ਉਸ ਵੇਲੇ ਸ਼ਾਇਦ ਪੂਰੀ ਚੰਗੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ, ਕਿਉਂਕਿ 7 ਸਾਲ ਪਹਿਲਾਂ ਜਦੋਂ ਮੈਂ ਗੱਲ ਕੀਤੀ ਸੀ ਤਾਂ ਸਾਡਾ ਇੱਕ ਬਹੁਤ ਤਕੜਾ ਕੁਐਸਚਨ ਬਣਿਆ ਸੀਗਾ ਵੀ ਚਲੋ ਮੰਨ ਲਓ ਅਸੀਂ ਖੇਤੀ ਕਰਦੇ ਹਾਂ, ਸਾਡੀ ਪੈਦਾਵਾਰ ਬਹੁਤ ਘੱਟ ਜਾਂਦੀ ਆ, ਅਤੇ ਇਹਨੂੰ ਅਸੀਂ ਸੇਲ ਕਿੱਥੇ ਕਰਾਂਗੇ, ਵੇਚਾਂਗੇ ਕਿੱਥੇ? ਉਹ ਪ੍ਰੋਬਲਮ ਸਾਡੀ ਹੁਣ ਕੁਛ ਹੱਲ ਹੁੰਦੀ ਨਜ਼ਰ ਆਉਂਦੀ ਆ, ਕਿਉਂਕਿ ਸਾਡੇ ਕੋਲ ਇਸ ਵੇਲੇ ਡਿਮਾਂਡ ਖੜੀ ਆ। ਅਤੇ ਜਿੱਦਾਂ ਤੁਸੀਂ ਕਣਕ ਦੀ ਗੱਲ ਕੀਤੀ ਆ, ਜੇ ਮੰਨ ਲਓ ਮੇਰੇ ਕੋਲ 100-150 ਕੁਇੰਟਲ ਕਣਕ ਆ ਅਤੇ ਮੇਰੇ ਉਹ ਗਾਹਕ ਜਿਹੜੇ ਉਹ ਪਹਿਲਾਂ ਖੜੇ ਆ, ਅਤੇ ਹੁਣ ਮੈਨੂੰ ਉਮੀਦ ਹੈਗੀ ਆ ਕਿ ਅਸੀਂ ਉਹਨੂੰ ਹੋਰ ਵਧਾਵਾਂਗੇ। ਇਸੇ ਤਰੀਕੇ ਨਾਲ ਹੀ ਇਹਦੇ ਲਿੰਕ ਦੇ ਵਿੱਚ ਹੀ ਮਤਲਬ ਦੂਰ ਦੂਰ ਤੱਕ ਲਿੰਕ ਵੀ ਜੁੜੇ ਆ। ਜੇ ਔਰਗੈਨਿਕ ਖੇਤੀ ਕਰਦੇ ਆ, ਰਾਜਸਥਾਨ ਦੇ ਵਿੱਚ ਵੀ ਲੋਕ ਕੁਛ ਕਰਦੇ ਆ, ਹਰਿਆਣੇ ਵਿੱਚ ਵੀ ਕੁਛ ਕਰਦੇ ਆ, ਆਪਣੇ ਏਰੀਏ ਵਿੱਚ ਵੀ ਕੁਛ ਕਰਦੇ ਆ। ਜੇ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਤਾਂ ਮੇਰੇ ਪਿੰਡ ਦੇ ਵੀ 5-7 ਬੰਦੇ ਜਿਹੜੇ ਆ ਨਵੇਂ ਤੁਰੇ ਆ, ਅਤੇ ਘੱਟ ਤੋਂ ਘੱਟ ਆਪਣੇ ਲਈ ਮੇਰੇ ਪਿੰਡ ਦੇ ਵਿੱਚ ਹਰ ਇੱਕ ਬੰਦਾ ਆਪਣੇ ਖਾਣ ਲਈ ਸਬਜ਼ੀ, ਆਪਣੇ ਖਾਣ ਲਈ ਕਣਕ, ਆਪਣੇ ਖਾਣ ਲਈ ਚੌਲ, ਜਿੰਨੇ ਕੁ ਜ਼ਰੂਰਤ ਆ ਉਹਨੂੰ ਉਹ ਬਿਨਾਂ ਖਾਦ ਦਵਾਈ ਤੋਂ ਤਿਆਰ ਕਰਦਾ ਹੈ। ਅਮਰੀਕ ਜੀ, ਤੁਹਾਡਾ ਪਿੰਡ ਅਤੇ ਤੁਹਾਡੇ ਪਿੰਡ ਦੇ ਕਿਸਾਨ ਜਿਹੜੀ ਤੁਹਾਡੀ ਪ੍ਰੇਰਨਾ ਦੇ ਸਦਕਾ ਕੁਦਰਤੀ ਖੇਤੀ ਵੱਲ ਮੁੜੇ ਆ, ਤੁਸੀਂ ਸਾਰੇ ਵਧਾਈ ਦੇ ਪਾਤਰ ਹੋ, ਕਿਉਂਕਿ ਸਾਡੀ ਸਿਹਤ ਹੀ ਆ ਅਤੇ ਸਾਰਾ ਕੁਛ ਸਾਡਾ ਫਿਰ ਹੀ ਜਿਹੜਾ ਉਹ ਸਾਨੂੰ ਸਹੀ ਲੱਗਦਾ ਵਾ। ਔਰ ਤੁਸੀਂ ਇਹ ਗੱਲ ਦੱਸੋ ਕਿ ਜਿਹੜੇ ਤੁਹਾਡੇ ਨਾਲ ਬਲਾਕ ਸੁਲਤਾਨਪੁਰ ਲੋਧੀ ਦੇ ਕਿੰਨੇ ਕੁ ਕਿਸਾਨ ਆ ਜਿਹੜੇ ਕੁਦਰਤੀ ਖੇਤੀ ਦੇ ਵੱਲ ਤੁਹਾਡੇ ਨਾਲ ਜੁੜੇ ਆ, ਚਾਹੇ ਜਿਹੜੇ ਤੁਹਾਡੇ ਸੰਪਰਕ ਦੇ ਵਿੱਚ ਆ, ਔਰ ਜਿਨ੍ਹਾਂ ਦੇ ਤੁਸੀਂ ਉਤਪਾਦ ਆ ਜਿਹੜੇ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਤੁਸੀਂ ਅਦਲਾ ਬਦਲੀ ਕਰਦੇ ਰਹਿੰਦੇ ਹੋ? ਗੱਲ ਇਸ ਤਰ੍ਹਾਂ ਜੀ ਵੀ ਹੁਣ ਸਾਡੇ ਕੋਲ ਦੋਦਿਆਂ ਤੋਂ 2 ਭਰਾ ਨੇ, ਗੁਰਪ੍ਰੀਤ ਸਿੰਘ ਜੀ ਅਤੇ ਸੁਖਦੇਵ ਸਿੰਘ, ਜੋਬ ਕਰਦੇ ਆ ਸਰਕਾਰੀ ਪਟਵਾਰੀ। ਉਹ ਆਪਣੇ ਮਨੋਂ ਤਨੋਂ ਜੁੜੇ ਤਾਂ ਖੈਰ ਖੇਤੀ ਨਾਲ ਪਹਿਲਾਂ ਸੀ, ਪਰ ਮੇਰੇ ਸੰਪਰਕ ਵਿੱਚ ਆਇਆ ਨੂੰ ਉਹਨਾਂ ਨੂੰ 1.5 ਸਾਲ ਹੋ ਗਿਆ। ਪਰ ਉਹਨਾਂ ਦੇ ਖੇਤ ਜਿਹੜੇ ਆ ਉਹ ਮੈਂ ਇਹ ਮੰਨਦਾ ਹਾਂ ਕਿ ਮੇਰੇ ਨਾਲੋਂ ਵੀ ਉਹ ਵਧੀਆ ਹਿੰਮਤ ਕਰਦੇ ਆ, ਪੂਰੀ ਮਿਹਨਤ ਕਰਦੇ ਆ। ਔਰ ਪਿਛਲੇ ਲੰਘੇ ਸੀਜ਼ਨ ਦੇ ਵਿੱਚ ਉਹਨਾਂ ਨੇ ਗੋਭੀ ਦੀ ਪੂਰੀ ਪੈਦਾਵਾਰ ਕਰਕੇ ਦਿਖਾਈ ਬਿਨਾਂ ਖਾਦ ਦਵਾਈ ਤੋਂ। ਮਤਲਬ ਉਹ ਦੇਖ ਕੇ ਇੱਦਾਂ ਲੱਗਦਾ ਸੀ, ਸ਼ਾਇਦ ਮੇਰੇ ਕੋਲ ਵੀਡੀਓ ਵੀ ਪਈ ਹੋਵੇ, ਤੁਸੀਂ ਜ਼ਰੂਰ ਦੇਖਣਾ। ਅਤੇ ਉਹ ਦੇਖ ਕੇ ਇੱਦਾਂ ਲੱਗਦਾ ਸੀ ਕਿ ਅਸੀਂ ਬਹੁਤ ਛੇਤੀ ਇਸ ਬੰਨੇ ਕਾਮਯਾਬ ਹੋਵਾਂਗੇ। ਜਿਸ ਤਰੀਕੇ ਨਾਲ ਮੈਂ ਆਲੂ, ਤੁਸੀਂ ਜ਼ਿਕਰ ਕੀਤਾ, ਆਲੂ ਖੇਤੀ ਕਰਦੇ ਹਾਂ ਤਿਆਰ, ਜਿਹਨੂੰ ਕਹਿੰਦੇ ਆ ਕਿ ਲੋਕ 20-20 ਕੱਟੇ 25-25 ਕੱਟੇ ਯੂਰੀਆ ਦੇ ਪੈ ਜਾਂਦੇ ਆ। ਅੱਜ ਕੋਈ ਸੁਖਦੇਵ ਸਿੰਘ ਨਾਲ ਗੱਲ ਕਰੇ ਤਾਂ ਉਹ ਇਹ ਗੱਲ ਕਹੇਗਾ ਕਿ ਨਹੀਂ, ਯੂਰੀਆ ਦੀ ਇਹਨੂੰ ਲੋੜ ਨਹੀਂ। ਗੋਭੀ ਨੂੰ ਕਹਿ ਦਿੰਦੇ ਆ 25-25 ਕੱਟੇ ਯੂਰੀਆ ਦੇ ਲੱਗ ਜਾਂਦੇ ਆ, ਪਰ ਉਹਦੇ ਖੇਤਾਂ 'ਚ ਜਾ ਕੇ ਦੇਖਦੇ ਜਾਂ ਉਹ ਵੀਡੀਓ ਦੇਖਿਓ, ਤੁਸੀਂ ਮਹਿਸੂਸ ਕਰੋਗੇ ਕਿ ਨਹੀਂ, ਇਹਦੀ ਲੋੜ ਨਹੀਂ ਹੈਗੀ। ਕਿਤੇ ਕਮਾਦ ਖੜਾ ਦੇਖਿਓ ਜਿਹੜਾ ਔਰਗੈਨਿਕ ਖੇਤੀ ਵਾਲਾ, ਜੇ ਤੁਸੀਂ ਉਹ ਪਿੰਗਲਵਾੜੇ ਵਾਲਿਆਂ ਨਾਲ ਰਾਜਵੀਰ ਮਾਸਟਰ ਜੀ ਹੁਣੇ ਉਹਨਾਂ ਨੂੰ ਮਿਲੇ ਹੋਵੋ, ਮੈਂ ਤਾਂ ਉਹਨਾਂ ਕੋਲ ਗਾਹੇ ਬਗਾਹੇ ਜਾਂਦਾ ਹਾਂ, ਔਰ ਉਹਨਾਂ ਨੇ ਮੈਨੂੰ ਇੱਕ ਮੇਲਾ ਕਰਾਉਂਦੇ ਉਹ ਸਾਲ ਬਾਅਦ, ਕਿਰਤੀ ਕਾਮਿਆਂ ਦਾ ਮੇਲਾ ਹੁੰਦਾ ਉਹ ਸ਼ਾਇਦ, ਔਰ ਉਹ ਅੰਤਰਰਾਸ਼ਟਰੀ ਹੁੰਦਾ ਆ। ਉਹਦੇ ਵਿੱਚ ਬਾਹਰੋਂ ਵੀ ਅਤੇ ਆਪਣੇ ਸਾਰੇ ਦੇਸ਼ ਦੇ ਵਿੱਚੋਂ
ਉਹ ਲੋਕ ਚੁਣੇ ਜਾਂਦੇ ਆ ਜਿਹੜੇ ਆਪਣੀ ਮਿਹਨਤ ਕਰਕੇ ਅੱਗੇ ਆਉਂਦੇ ਆ, ਚਾਹੇ ਕਿਸੇ ਕਿਸਮ ਦੇ ਹੋਣ। ਉੱਥੇ ਮੈਨੂੰ ਵੀ ਬੁਲਾਇਆ ਗਿਆ ਸੀ। ਉਸ ਵੇਲੇ ਮੈਂ ਸਟੀਵੀਆ ਲਾਇਆ ਸੀਗਾ 2 ਕਨਾਲ, ਬੜੀ ਮਿਹਨਤ ਕਰਕੇ ਲਾਇਆ ਸੀ, ਬੜੇ ਚਾਵਾਂ ਨਾਲ ਲਾਇਆ ਸੀਗਾ। ਅਤੇ ਮੇਰੇ ਕੋਲ ਉਹਦੀ ਪੈਦਾਵਾਰ ਬਹੁਤ ਘੱਟ ਹੋਈ ਸੀ, ਪਰ ਮੈਂ ਉੱਥੇ ਲੈ ਕੇ ਗਿਆ ਸੀ ਮੇਲੇ ਦੇ ਵਿੱਚ। ਅਤੇ ਉੱਥੇ 4 ਦਿਨ ਦਾ ਜਾਂ 5 ਦਿਨ ਦਾ ਮੇਲਾ ਸੀ, ਅਤੇ ਹਰ ਰੋਜ਼ ਸਟੇਜ ਤੋਂ ਮੇਰਾ ਨਾਂ 3 ਜਾਂ 4 ਵਾਰੀ ਬੋਲਿਆ ਜਾਂਦਾ ਸੀ ਕਿ ਸਾਡੇ ਸੁਲਤਾਨਪੁਰ ਲੋਧੀ ਤੋਂ ਉੱਤੇ ਕਿਸਾਨ ਆਏ ਆ ਜਿਨ੍ਹਾਂ ਨੇ ਆਪਣੀ ਪੈਲੀ ਦੇ ਵਿੱਚ ਸਟੀਵੀਆ ਲਾਇਆ। ਮਤਲਬ ਉਹ ਮਾਨ ਸਨਮਾਨ ਜਦੋਂ ਮਿਲਦਾ ਨਾ, ਉਹ ਕੁਛ ਅਲੱਗ ਆ। ਉਹ ਚੀਜ਼ਾਂ ਅਸੀਂ ਸ਼ੋਅ ਨਹੀਂ ਕਰ ਸਕਦੇ ਕਿਸੇ ਨੂੰ ਵੀ ਉਹ ਅਸੀਂ ਕਿੱਦਾਂ ਅਤੇ ਕਿਵੇਂ ਹਾਸਲ ਕੀਤੀਆਂ। ਹਾਂ, ਅਤੇ ਖੇਤੀਬਾੜੀ ਵਿਭਾਗ ਜਾਂ ਸਰਕਾਰਾਂ ਵੱਲੋਂ ਕੋਈ ਮਾਨ ਸਨਮਾਨ? ਬਿਲਕੁਲ ਜੀ, ਗਾਹੇ ਬਗਾਹੇ ਉਹ ਸਾਨੂੰ ਸੱਦਦੇ ਆ, ਮਾਨ ਸਨਮਾਨ ਦਿੰਦੇ ਆ। ਤੁਸੀਂ ਦੇਖਿਆ ਹੋਣਾ ਜਦੋਂ ਵੱਧਦਾ ਪੰਜਾਬ ਲਾਂਚ ਹੋਇਆ ਸੀਗਾ, ਉਸ ਵੇਲੇ ਬਿਰਸਾ ਵਿਹਾਰ ਕਪੂਰਥਲਾ ਦੇ ਵਿੱਚ ਸਨਮਾਨ ਉਹਨਾਂ ਨੂੰ ਵੱਲੋਂ ਦਿੱਤੇ ਗਏ ਸੀਗੇ। ਅਤੇ ਹੋਰ ਵੀ ਜਦੋਂ ਵੀ ਕਿਤੇ ਮੇਲਾ ਹੁੰਦਾ ਸੱਦਦੇ ਜ਼ਰੂਰ ਆ। ਕਿਤੇ ਵੇਲੇ ਸਾਡੇ ਕੋਲੋਂ ਵੀ ਕਤਾਈ ਹੋ ਜਾਂਦੀ ਆ ਕਿ ਅਸੀਂ ਆਪਣਾ ਟਾਈਮ ਉਹਨਾਂ ਨੂੰ ਪੂਰਾ ਨਹੀਂ ਦੇ ਪਾਉਂਦੇ। ਹਾਲਾਂਕਿ ਇਹ ਹੁੰਦਾ ਹੈ ਕਿ ਸਾਨੂੰ ਇੱਕ ਲਾਲਚ ਹੁੰਦਾ ਕਿ ਅਸੀਂ ਆਪਣਾ ਕੰਮ ਕਰੀਏ, ਸਾਨੂੰ ਇੱਥੋਂ ਹੀ ਮੁਨਾਫਾ ਹੋਣਾ, ਅਤੇ ਅਸੀਂ ਇਹਦੇ ਵੱਲ ਥੋੜ੍ਹਾ ਜਿਹਾ ਧਿਆਨ ਵੱਧ ਦੇਣ ਦਾ ਕਰਕੇ ਇਹ ਮੇਲਿਆਂ ਤੋਂ ਥੋੜ੍ਹਾ ਜਿਹਾ ਬਚਣ ਦਾ ਯਤਨ ਕਰਦੇ ਹਾਂ, ਦੂਰ ਰਹਿਣ ਦਾ ਯਤਨ ਕਰਦੇ ਹਾਂ। ਇੱਕ ਇਹ ਵੀ ਸੀਗਾ ਕਿ ਅਸੀਂ ਇਹਦੀ ਮਸ਼ਹੂਰੀ ਕਿਤੇ ਨਹੀਂ ਕਰਦੇ। ਇੱਕ ਪਹਿਲਾਂ, ਅੱਜ ਤੋਂ ਪਹਿਲਾਂ ਨਾ ਤਾਂ ਮੇਰੇ ਫੇਸਬੁੱਕ ਅਕਾਊਂਟ 'ਤੇ ਹੋਏਗੀ ਮਸ਼ਹੂਰੀ, ਨਾ ਮੈਂ ਇਹਨੂੰ ਵਟਸਐਪ 'ਤੇ ਜ਼ਿਆਦਾ ਯੂਜ਼ ਕੀਤਾ ਸੀਗਾ, ਨਾ ਯੂਟਿਊਬ 'ਤੇ। ਹਾਂ, ਹੁਣ ਸਾਲ 6 ਮਹੀਨੇ ਤੋਂ ਕੋਈ ਪੋਸਟ ਅਸੀਂ ਆਪਣੀ ਯੂਟਿਊਬ 'ਤੇ ਜਾਂ ਫੇਸਬੁੱਕ 'ਤੇ ਜ਼ਰੂਰ ਪਾ ਦਿੰਦੇ ਹਾਂ। ਜ਼ਿਆਦਾ ਇਹਦੇ ਪ੍ਰਫੁੱਲਤਾ ਤਾਂ ਨਹੀਂ ਸੀ ਕੀਤੀ ਕਿ ਅਸੀਂ ਪਹਿਲਾਂ ਕਾਮਯਾਬ ਹੋਈਏ, ਉਸ ਤੋਂ ਬਾਅਦ ਸਾਰਿਆਂ ਨੂੰ ਦੱਸਾਂਗੇ। ਜੇ ਮੈਂ ਕੁਦਰਤੀ ਖੇਤੀ ਦੀ ਗੱਲ ਕਰਾਂ ਕਿ ਕਿਸਾਨਾਂ ਨੂੰ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਆ, ਆਪਣੀ ਜਵਾਨੀ ਨੂੰ ਬਚਾਉਣਾ ਵਾ, ਆਪਣੇ ਬਜ਼ੁਰਗਾਂ ਦੀ ਸਿਹਤ ਨੂੰ ਅਸੀਂ ਸਹੀ ਸੰਭਾਲ ਕੇ ਰੱਖਣਾ ਵਾ, ਕੁਦਰਤੀ ਖੇਤੀ ਵੱਲ ਜਿਹੜੇ ਕਿਸਾਨ ਆ ਕਿਸ ਤਰੀਕੇ ਦੇ ਨਾਲ ਮੁੜਨ, ਤੁਸੀਂ ਜਿਹੜੇ ਸਰਕਾਰਾਂ ਕੋ ਔਰ ਮਹਿਕਮਿਆਂ ਕੋਲੋਂ ਕਿਸ ਚੀਜ਼ ਦੀ ਜਿਹੜੀ ਆ ਉਹ ਆਸ ਉਮੀਦ ਕਰਦੇ ਹੋ ਕਿ ਕੀ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਵਾਸਤੇ ਹੋਣਾ ਚਾਹੀਦਾ? ਸਭ ਤੋਂ ਪਹਿਲਾ ਕੰਮ ਹੈ ਜੀ, ਸਾਡੇ ਸਾਊਥ ਵਿੱਚ ਉੱਥੇ 20 ਆਈਟਮਾਂ ਦਾ ਕੁਦਰਤੀ ਖੇਤੀ ਵਾਲਿਆਂ ਦਾ ਰੇਟ ਤੈਅ ਹੋਇਆ, ਸਬਜ਼ੀਆਂ ਦਾ ਖਾਸ ਕਰਕੇ, ਕਿ ਇਸ ਰੇਟ 'ਤੇ ਸਰਕਾਰ ਚੱਕੇਗੀ। ਅਗਰ ਜਿਸ ਤਰੀਕੇ ਨਾਲ ਬਾਕੀ ਫਸਲਾਂ ਸਰਕਾਰ ਚੱਕਦੀ ਆ, ਇਹ ਕੁਦਰਤੀ ਖੇਤੀ ਦਾ ਰੇਟ ਤੈਅ ਕਰ ਦਿੱਤਾ ਜਾਵੇ ਅਤੇ ਤੁਹਾਡੇ ਕਿਸਾਨ ਸਭ ਤੋਂ ਪਹਿਲਾਂ ਤੁਰ ਸਕਦੇ ਆ, ਜੁੜ ਸਕਦੇ ਆ, ਕੋਈ ਦੋ ਰਾਮਾ ਨਹੀਂ ਇਹ 'ਚ। ਮਤਲਬ ਬਹੁਤ ਸੌਖਾ ਤਰੀਕਾ ਇਹ ਆ। ਦੂਸਰਾ ਹੈਗਾ ਕਿ ਇਹਦੇ ਚੈਨਲ ਜਿਹੜੇ ਆ ਪੰਜਾਬ ਤੋਂ ਬਾਹਰ ਚੱਲਦੇ ਆ, ਉਹ ਸਾਨੂੰ ਉਪਲਬਧ ਕਰਵਾਏ ਜਾਣ। ਜਿਸ ਤਰੀਕੇ ਨਾਲ ਐਕਸਪੋਰਟ ਕੁਆਲਿਟੀ ਪੈਦਾ ਕਰੀਏ ਅਤੇ ਕਿਵੇਂ ਕਰੀਏ, ਅਤੇ ਉਹਨੂੰ ਖਰੀਦਦਾਰ ਕਿਹੜਾ ਉਹ ਕਿੱਥੋਂ ਆਉਣਾ, ਉਹ ਚੀਜ਼ਾਂ ਦੇ ਅਗਰ 2 ਰਸਤੇ ਖੁੱਲ੍ਹ ਜਾਂਦੇ ਆ ਅਤੇ ਪੈਦਾਵਾਰ ਕਿਸਾਨ ਕਰਨੋਂ ਕਦੇ ਪਿੱਛੇ ਨਹੀਂ ਹਟਦਾ। ਪੰਜਾਬ ਦੇ ਕਿਸਾਨ ਕੋਲ ਇਹ ਹਿੰਮਤ ਹੈਗੀ ਆ, ਹਰ ਤਰ੍ਹਾਂ ਦਾ ਪੈਦਾਵਾਰ ਉਹ ਖੜੀ ਕਰ ਸਕਦਾ। ਅਮਰੀਕ ਸਿੰਘ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ, ਗੱਲਾਂ ਬਹੁਤ ਕਰਨੀਆਂ ਤੁਹਾਡੇ ਨਾਲ, ਗੱਲਾਂ ਨਹੀਂ ਮੁੱਕ ਸਕਦੀਆਂ, ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਸਾਡੇ ਪੰਜਾਬ ਦੀ, ਸਾਡੇ ਜਿਹੜੇ ਬਲਾਕ ਦੇ ਕਿਸਾਨਾਂ ਦੀ, ਸਾਡੇ ਜਿਹੜੇ ਦੂਜੀ ਸਾਡੀ ਯੂਥ ਨੂੰ ਸੰਭਾਲਣ ਦਾ ਇੱਕ ਤੁਸੀਂ ਜਿੰਮਾ ਲੈ ਰਹੇ ਹੋ, ਔਰ ਤੁਸੀਂ ਜਿਸ ਤਰੀਕੇ ਦੇ ਨਾਲ ਆਪਣਾ ਕੰਮ ਕਰ ਰਹੇ ਹੋ, ਅਖੀਰ ਦੇ ਵਿੱਚ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਬਹੁਤ ਸੌਖਾ ਜੀ, ਅਸੀਂ ਸਾਰੇ ਲਾਭ ਦੇ ਨਾਲ ਜੁੜੇ ਹੋਏ ਹਾਂ। ਲਾਭ ਤੋਂ ਪਹਿਲਾਂ ਸਾਡੀ ਤੰਦਰੁਸਤੀ ਬਹੁਤ ਜ਼ਰੂਰੀ ਆ। ਅਗਰ ਆਪਣੇ ਆਪ ਨੂੰ ਜਾਂ ਆਪਣੀ ਹੋਂਦ ਨੂੰ ਜਾਂ ਆਪਣੇ ਅਗੇਤੇ ਨੂੰ ਬਚਾਉਣਾ, ਆਉਣ ਵਾਲੇ ਸਮੇਂ ਨੂੰ ਤੁਸੀਂ ਚੰਗੀ ਨਸਲ ਆਪਣੀ ਇਨਸਾਨੀਅਤ ਦੀ ਪੈਦਾ ਕਰਨੀ ਆ, ਤਾਂ ਸਭ ਤੋਂ ਪਹਿਲਾਂ ਕੁਦਰਤੀ ਖੇਤੀ ਨਾਲ ਜੁੜੋ। ਤੁਹਾਡੇ 3 ਚੀਜ਼ਾਂ ਦੇ ਵਿੱਚ ਬਚਦੀਆਂ, ਹਵਾ, ਪਾਣੀ ਅਤੇ ਸਿਹਤ। ਅਗਰ ਤੁਸੀਂ ਇਹ ਤਿੰਨੋਂ ਬਚਾ ਜਾਂਦੇ ਆ, ਇਕੱਲੀ ਸਿਹਤ ਬਚਾ ਜਾਂਦੇ ਆ, ਉਹਦੇ 'ਚ ਕੀ ਆ ਕਿ ਤੁਸੀਂ ਸ਼ੁੱਧ ਖਾਣਾ ਖਾ ਲਓ, 70% ਤੱਕ ਤੁਹਾਡੀਆਂ ਦਵਾਈਆਂ ਖਤਮ ਹੋ ਜਾਂਦੀਆਂ ਸ਼ੁੱਧ ਖਾਣਾ ਖਾਣ ਨਾਲ। ਅਗਰ ਤੁਸੀਂ ਪਾਣੀ ਬਚਾ ਲਿਆ ਤਾਂ ਤੁਹਾਨੂੰ ਦਵਾਈਆਂ ਦੀ ਲੋੜ ਨਹੀਂ ਪੈਣੀ। ਇਹ ਦੋਨੋਂ ਚੀਜ਼ਾਂ ਕੁਦਰਤੀ ਖੇਤੀ ਬਹੁਤ ਛੇਤੀ ਬਚਾ ਸਕਦੀ ਆ। ਉਸ ਤੋਂ ਅਗਲੀ ਗੱਲ ਤਾਂ ਫੇਰ ਹੀ ਆਣੀ। ਧੰਨਵਾਦ ਜੀ। ਕਿਸਾਨ ਦੋਸਤੋ, ਅਖੀਰ ਦੇ ਵਿੱਚ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਮਰੀਕ ਸਿੰਘ ਜੀ ਦਾ। ਦੋਸਤੋ, ਜੇ ਅਸੀਂ ਆਪਣੀ ਸਿਹਤ ਬਚਾ ਲਈ, ਅਸੀਂ ਆਪਣੇ ਆਪ ਨੂੰ ਬਚਾ ਲਿਆ, ਅਸੀਂ ਆਪਣੇ ਪਰਿਵਾਰ ਨੂੰ ਬਚਾ ਲਿਆ, ਅਸੀਂ ਬੜੇ ਭਾਗਾਂ ਵਾਲੇ ਹਾਂ। ਇੱਕ ਇਸ ਟਾਈਮ 'ਤੇ ਮੈਨੂੰ ਗੁਰਦਾਸ ਮਾਨ ਦੀਆਂ ਲਾਈਨਾਂ ਵੀ ਚੇਤੇ ਆਉਂਦੀਆਂ, ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸਿਹਤ ਸਾਡੀ ਤਾਂ ਹੀ ਵਧੀਆ ਰਹਿ ਸਕਦੀ ਹੈ ਜੇ ਅਸੀਂ ਆਪਣਾ ਖਾਣ ਪੀਣ ਦੇ ਵਿੱਚ ਸੁਧਾਰ ਕਰਾਂਗੇ। ਸੋ ਦੋਸਤੋ, ਤੁਸੀਂ ਕੁਦਰਤੀ ਖੇਤੀ ਦੇ ਨਾਲ ਜੁੜੋ, ਚੰਗਾ ਖਾਓ ਔਰ
'ਚ ਆਪਣਾ ਜਿਹੜਾ ਚੰਗਾ ਜੀਵਨ ਬਸਰ ਕਰੋ। ਧੰਨਵਾਦ।